स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट रजीव भास्कर जी और सरदार हमीर सिंह जी। दोनों जी आया। बहुत बहुत शुक्रिया रंधावा जी। शुक्रिया जी, बहुत बहुत। पंजाब सरकार एक विशेष हुक्म जारी कर दी है। वैसे भास्कर साहब नाल मैं हसदा सी भी जे औखे सौखे हो गए उदों MLA बन गए हुंदे ते अज भंगड़ा खूब पैना सी। MLAs नूं वसी ताकतां फराहम करतियां गईयां। DC SSP एक पासे बैठण दे हुक्म जारी करते की ने ਉਹ ਤੁਹਾਡੇ ਨਾਲ ਸਾਂਝ ਪਾਉਣੇ ਆ। ਵੈਸੇ ਤਾਂ ਇਹ ਖਬਰ ਚੱਲਦੀ ਚੱਲਦੀ ਹਰ ਬਸ਼ਰ ਤੱਕ ਪਹੁੰਚੀ ਹੈ। ਕਾਫੀ ਦੇਰ ਦੇ ਰੌਲੇ ਸੀ ਕਿ ਆਮ ਆਦਮੀ ਪਾਰਟੀ ਦੇ MLA ਬਹੁਤੀ ਖਾਸੀਅਤ ਮਹਿਸੂਸ ਨਹੀਂ ਕਰ ਰਹੇ। ਜਿੱਦਾਂ ਮਹਿਮਾਨੇ ਖਸੂਸੀ ਹੁੰਦਾ ਹੈ, ਉਹਨਾਂ ਨੂੰ ਖਾਸ ਇੱਜ਼ਤ ਨਹੀਂ ਸੀ ਮਿਲਦੀ। ਹੁਣ ਸਰਕਾਰ ਨੂੰ ਫਿਕਰ ਹੋਇਆ ਕਿ ਕੀ ਹੋਇਆ ਜੇ 91-92 ਨੇ, ਇਹਨਾਂ ਦੀ ਵੀ ਇੱਜ਼ਤ ਹੋਣੀ ਚਾਹੀਦੀ ਹੈ। ਅਜੇ ਇੱਕ ਦਿਨ ਪਹਿਲਾਂ ਹੀ ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦੇ ਗਏ ਇੱਕ ਕਮੇਟੀ ਤੋਂ, ਵਿਧਾਨ ਸਭਾ ਦੀ ਤੋਂ। ਤੇ ਜੇ ਉਹ ਮੀਟਿੰਗ ਕਰ ਵੀ ਲੈਂਦੇ, ਨਿਰਧਾਰਤ ਮੀਟਿੰਗ ਸੀ, ਹਰਜਕੀ ਸੀ, ਪਰ ਆਖਰ ਪੁਰਾਣੇ ਮਹਿਕਮੇ ਦੇ ਵਿਚਲੇ ਸ਼ਰੀਕੇ ਉਹ ਸਾਰੇ ਅੱਗੇ ਆ ਗਏ ਜਾਂ ਸਰਕਾਰ ਨੂੰ ਇਹ ਵਾਰਾ ਨਹੀਂ ਸੀ ਖਾਂਦਾ? ਇਹ ਸਵਾਲ ਹੈ। ਜਾਂ ਇਹ ਵੀ ਸਵਾਲ ਹੈ ਕਿ ਬਹੁਤ ਵੱਡੇ ਮਾਮਲੇ ਐਡਰੈਸ ਨਾ ਹੋਣ, ਇਹ ਸਰਕਾਰ ਨੂੰ ਵੀ ਲੱਗਦਾ ਹੈ ਕਿ ਇਥੋਂ ਬਚ ਕੇ ਲੰਘ ਲਿਆ ਜਾਵੇ, ਇਹ ਮਾਮਲੇ ਸਾਥੋਂ ਹੋਣੇ ਨਹੀਂ। ਇਹ ਸਾਰੇ ਸਵਾਲ ਨੇ। ਅੱਜ ਉਧਰ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਆਸ਼ੀਸ਼ ਮਿਸ਼ਰਾ, ਉਹਨੂੰ ਜ਼ਮਾਨਤ ਮਿਲੀ ਆ ਕਾਫੀ ਸਾਰੀਆਂ ਪਾਬੰਦੀਆਂ ਦੇ ਨਾਲ, ਕਾਫੀ ਸਾਰੇ ਡਿਸਪਲਿਨ ਲਾਏ ਗਏ ਆ। ਔਰ ਇਸੇ ਤਰ੍ਹਾਂ ਕਿਸਾਨਾਂ ਨੂੰ ਵੀ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਆਪ ਨੋਟਿਸ ਲੈ ਕੇ ਜ਼ਮਾਨਤ ਦਿੱਤੀ ਆ। ਇਹ ਮਾਮਲੇ ਸਾਰੇ ਬੜੇ ਅਹਿਮ ਨੇ। ਪੰਜਾਬ ਦੀ ਅਫਸਰਸ਼ਾਹੀ ਦੇ ਵਿੱਚ ਅਜੀਬੋ ਗਰੀਬ ਸਥਿਤੀਆਂ ਬਣੀਆਂ ਹੋਈਆਂ। ਸਰਕਾਰ ਨੂੰ ਫਿਕਰ ਪਿਆ। ਭਾਸਕਰ ਸਾਹਿਬ ਤੋਂ ਇਹ ਜਾਣਕਾਰੀ ਲੈਂਦੇ ਆ ਕਿ ਵਿਧਾਨ ਸਭਾ ਦੀ ਉਹ ਵਿਸ਼ੇਸ਼ ਅਧਿਕਾਰ ਕਮੇਟੀ ਦੇ ਫੈਸਲੇ ਜਦੋਂ ਸਰਕਾਰ DC SSPs ਨੂੰ ਅਮਲ ਚ ਲਿਆਉਣ ਲਈ ਅੱਗੇ ਵਧਾਉਂਦੀ ਆ, ਤਾਂ ਕੀ ਸੱਚਮੁੱਚ ਜਿਹੜੀ ਬੇਚੈਨੀ ਆ, ਰੈਸਟਲੈਸਨੈਸ ਆ, ਅੰਦਰ ਦੇ ਆ ਪਰੇਸ਼ਾਨੀਆਂ ਨੇ, ਕਸ਼ਮਕਸ਼ ਹੈ, ਉਨ ਤੋਂ ਪਾਰ ਪਾ ਲਿਆ ਜਾਊਗਾ? ਵੈਸੇ ਸਭ ਤੋਂ ਪਹਿਲਾਂ ਉਹ ਪੱਤਰ ਜਿਹੜਾ ਸਰਕਲ ਹੋ ਰਿਹਾ, ਜਿਹੜਾ ਘੁੰਮ ਰਿਹਾ, ਭਾਸਕਰ ਸਾਹਿਬ ਉਹ ਦੱਸਿਓ, ਉਹਦੀ ਇਬਾਰਤ ਆਖਿਰ ਕਹਿ ਕੀ ਰਹੀ ਆ ਸਰਕਾਰ? ਫਿਰ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਸਮਝਦੇ ਆ ਕਿ ਲੋੜ ਕਿਉਂ ਪਈ। ਜੀ ਭਾਸਕਰ ਜੀ, ਜਿਸ ਤਰੀਕੇ ਨਾਲ ਲੈਟਰ ਕੱਢਿਆ ਗਿਆ ਹੈ ਔਰ ਸਾਰੇ ਅਫਸਰਾਂ ਨੂੰ ਪ੍ਰੋਟੋਕੋਲ ਦੀ ਯਾਦ ਦਿਲਾਈ ਗਈ ਹੈ, ਉਹ ਵੀ 26 ਜਨਵਰੀ ਤੋਂ ਇੱਕ ਦਿਨ ਪਹਿਲੇ। ਮੈਨੂੰ ਇਹ ਲੱਗਦਾ ਜਿਹੜੇ 92 MLA ਬਣੇ ਨੇ, ਜਦ ਪਹਿਲੀ ਵਾਰ ਕੇਜਰੀਵਾਲ ਉਹਨਾਂ ਦੀ ਕਲਾਸ ਲੈ ਰਹੇ ਸੀਗੇ ਚੰਡੀਗੜ੍ਹ ਦੇ ਉਸ ਆਡੀਟੋਰੀਅਮ ਦੇ ਵਿੱਚ, ਤਦ ਤੇ ਇੱਕ ਦੂਜੇ ਨੂੰ ਪਛਾਣਦੇ ਵੀ ਨਹੀਂ ਸੀ। ਅੱਜ ਵੀ ਇਦਾਂ ਦੇ ਹਾਲਾਤ ਹੈ ਕਿ ਇੱਕ ਦੂਜੇ ਨੂੰ ਕਾਫੀ ਸਾਰੇ MLA ਤੇ ਪਛਾਣਦੇ ਹੀ ਨਹੀਂ, ਔਰ ਕਈ ਤੇ ਅਫਸਰ ਇਹਨਾਂ MLA ਨੂੰ ਬਹੁਤੀ ਤਵੱਜੋ ਨਹੀਂ ਦਿੰਦੇ, ਜਿਹਦੇ ਕਰਕੇ ਤੁਸੀਂ ਹੁਣੇ ਜ਼ਿਕਰ ਕਰਕੇ ਹਟੇ ਹੋ। ਪਿਛਲੇ 15 ਅਗਸਤ ਦੇ ਵਿੱਚ ਵੀ ਇਦਾਂ ਦਾ ਹੋਇਆ ਸੀਗਾ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ ਮਾਨਯੋਗ MLAs ਨੂੰ ਬਣਦਾ ਸਨਮਾਨ ਨਹੀਂ ਮਿਲਿਆ ਸੀ। ਤਾਂ ਹੀ ਕਰਕੇ ਅੱਜ ਇਹ ਚਿੱਠੀ ਕੱਢੀ ਗਈ ਹੈ। ਇੱਥੇ ਤੱਕ ਕਿ ਇਸ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਵਿਧਾਇਕ ਜਦ ਕੋਈ ਫੰਕਸ਼ਨ ਅਟੈਂਡ ਕਰਨ ਜਾਣ, SSP ਜਾਂ ਫਿਰ ਉਸ ਜ਼ਿਲ੍ਹੇ ਦਾ DC ਉਹਨੂੰ ਬਣਦਾ ਸਨਮਾਨ ਦੇ, ਤੇ ਉਹਦੇ ਦੋਨੋਂ ਇੱਕ ਦੂਜੇ ਦੇ ਮਤਲਬ ਵਿੱਚ MLA ਬਿਠਾ ਕੇ ਇੱਕ ਆਸ-ਪਾਸ ਨਹੀਂ ਬੈਠਣਾ, ਬਲਕਿ ਇੱਕ ਪਾਸੇ ਖੱਬੇ ਪਾਸੇ ਦੋਨੋਂ ਬੈਠਣਗੇ ਤੇ ਸੱਜੇ ਪਾਸੇ ਉਹ MLA ਦਾ ਵਿਸ਼ੇਸ਼, ਖਾਸ ਕਰਕੇ ਪਰਿਵਾਰਿਕ ਮੈਂਬਰ ਵੀ ਹੋ ਸਕਦਾ, ਦੋਸਤ ਵੀ ਹੋ ਸਕਦਾ, ਜਿਹਦੇ ਸਾਹਮਣੇ ਉਹਨੇ ਟੌਰ ਬਣਾਣੀ ਹੈ, ਉਹਦੇ ਵਾਸਤੇ ਉਹ ਕੁਰਸੀ ਖਾਲੀ ਰੱਖੀ ਜਾਏ। ਯਾਨੀ ਇਹ ਜਿਹੜਾ ਸਨਮਾਨ ਹੈ, ਇਹ ਦੇਣ ਵਾਸਤੇ ਇੱਕ ਚਿੱਠੀ ਕੱਢਣੀ ਪਈ, ਔਰ ਚਿੱਠੀ ਕੱਢ ਕੇ ਵੀ ਇਹ ਗੱਲ ਕਹਿਣੀ ਪਈ ਕਿ ਵੀ ਵਿਧਾਇਕਾਂ ਦਾ ਤੁਸੀਂ ਬਹੁਤਾ ਸਨਮਾਨ ਨਹੀਂ ਕਰਦੇ। ਤੁਹਾਨੂੰ ਯਾਦ ਹੋਏਗਾ ਜਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀਗੀ, ਤਦ ਵੀ ਇੱਕ ਏਦਾਂ ਦੀ ਚਿੱਠੀ ਕੱਢੀ ਗਈ ਸੀ ਕਿ ਵੀ MLA ਨੂੰ DC ਤੇ SSP ਬਣਦਾ ਸਨਮਾਨ ਦੇਣ, ਉਹਨਾਂ ਦੀ ਗੱਲ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਕਿਤੇ ਕਹੇ ਹੋਏ ਕੰਮਾਂ ਦੇ ਉੱਤੇ ਥੋੜਾ ਜਿਹਾ ਧਿਆਨ ਦੇਣ। ਮੈਨੂੰ ਲੱਗਦਾ ਕਿ ਆਪਣੇ MLAs ਨੂੰ ਖੁਸ਼ ਕਰਨ ਵਾਸਤੇ ਔਰ ਬਚਾਉਣ ਵਾਸਤੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਰੇਸ਼ਨ ਲੋਟਸ ਦਾ ਵੀ ਜ਼ਿਕਰ ਬੜਾ ਜ਼ਬਰਦਸਤ ਹੋਇਆ ਸੀ, ਪਤਾ ਨਹੀਂ ਹੈਗਾ ਸੀ ਕਿ ਨਹੀਂ ਹੈਗਾ ਸੀ। ਉਹਦੀ ਕੰਪਲੇਂਟ ਵੀ ਕੁਝ MLAs ਨੇ ਦਰਜ ਕਰਾਈ ਸੀ। ਉਸ ਕੰਪਲੇਂਟ ਦੇ ਉੱਤੇ DGP ਸਾਹਿਬ ਨੇ ਜਾਂ ਪੁਲਿਸ ਨੇ ਪੰਜਾਬ ਦੀ ਕੀ ਕੀਤਾ ਹਜੇ ਤੱਕ ਨਹੀਂ ਪਤਾ। ਪਰ ਇਹ ਜਿਹੜਾ ਸਨਮਾਨ ਦੇਣ ਦੀ ਗੱਲ, ਉਹਨਾਂ ਨੂੰ ਮਨਾਉਣ ਦੀ ਗੱਲ, ਉਹਨਾਂ ਨੂੰ ਇੱਜ਼ਤ ਮਾਨ ਮਿਲੇ, ਉਹਦੀ ਇੱਕ ਕਵਾਇਦ ਦੇ ਤੌਰ ਤੇ ਜ਼ਰੂਰ ਦੇਖਿਆ ਗਿਆ। ਕਿਉਂਕਿ ਹਜੇ ਵੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ MLA, ਉਹਨਾਂ ਵਿੱਚੋਂ ਕਾਫੀ ਸਾਰੇ ਇਹ ਮਹਿਸੂਸ ਕਰਦੇ ਨੇ ਕਿ ਯਾਰ ਜਿਹੜੀ ਪਹਿਲੀ ਸਰਕਾਰਾਂ ਹੁੰਦੀ ਸੀ, ਜਿੰਨੀ ਕੁ ਟੋਰ ਉਹਨਾਂ ਦੇ MLAs ਦੀ ਹੁੰਦੀ ਸੀ, ਸਾਡੀ ਤੇ ਕੱਖ ਵੀ ਨਹੀਂ ਹੈਗੀ। ਤੇ ਮੈਨੂੰ ਲੱਗਦਾ ਮਾੜੀ ਮੋਟੀ ਜੀ ਟੋਰ ਵਾਸਤੇ ਇਹ ਚਿੱਠੀ ਕੱਢੀ ਗਈ। ਸਰਦਾਰ ਹਮੀਰ ਸਿੰਘ ਜੀ, ਇਹ ਸੱਜੇ ਖੱਬੇ ਵਾਲੀਆਂ ਗੱਲਾਂ ਮਾਲਵੇ ਦੇ ਇੱਕ ਖਾਸ ਹਿੱਸੇ ਜਾਂ
ਮਾਝੇ ਜਾਂ ਦੁਆਬੇ 'ਚ ਹੁੰਦੀ ਆ ਵੀ ਪੱਗ ਕਿਉਂ ਕੋਈ ਸੱਜੀ ਬੰਨਦਾ ਕਿ ਖੱਬੀ ਬੰਨਦਾ। ਇਹ ਵੀ ਹੁੰਦਾ ਸੀ ਵੀ ਜੇ ਲਾਵਾਂ ਲੈਣੀਆਂ ਤੇ ਮੁੰਡਾ ਸੱਜੇ ਬੈਠੇ ਕਿ ਖੱਬੇ, ਤੇ ਤੁਰਨਾ ਕਿੱਧਰ ਨੂੰ ਆ, ਸੱਜਿਓਂ ਖੱਬੇ ਤੇ ਖੱਬਿਓਂ ਸੱਜੇ। ਇਹ ਐਮਐਲਏਸ ਦੇ ਮਾਮਲੇ 'ਚ ਕੀ ਲੋੜ ਪੈ ਗਈ ਵੀ ਆ ਸੱਜੇ ਜਾਂ ਖੱਬੇ ਹੀ ਬਹਿਣਾ, ਇੱਕੋ ਪਾਸੇ ਹੀ ਡੀਸੀ ਤੇ ਐਸਐਸਪੀ ਬਹਿਣ? ਔਰ ਇਹ ਵੈਸੇ ਕਿਸੇ ਚਿੱਠੀ ਦੇ ਮੁਤਾਜ ਨਹੀਂ ਸੀ ਇਹ ਗੱਲਾਂ, ਪਰਦੇ ਨਾਲ ਕਹਿ ਦਿੰਦੇ, ਉਦਾਂ ਹੀ ਕਹਿ ਦਿੰਦੇ ਵੀ ਆ ਸਾਡੇ ਐਮਐਲਏ ਆ, ਔਰ ਡੀਜੀਪੀ ਸਾਹਿਬ ਨੂੰ ਪੁਲਿਸ ਲਈ ਕਹਿ ਦਿੰਦੇ, ਚੀਫ ਸੈਕਟਰੀ ਨੂੰ ਡੀਸੀਜ਼ ਲਈ ਕਹਿ ਦਿੰਦੇ। ਐਡਾ ਰੌਲਾ, ਐਡੀ ਸੁਰਖੀ ਬਣਾਉਣ ਦੀ ਕੀ ਲੋੜ ਸੀ? ਵੈਸੇ ਇਹਦੀ ਲੋੜ ਹੀ ਕੀ ਹੈ? ਦੇਖੋ, ਕਿਸੇ ਦੇ ਐਮਐਲਏ ਹੋਣਾ ਹੀ ਬਹੁਤ ਵੱਡੀ ਗੱਲ ਹੈ, ਔਰ ਹੁਣ ਨਹੀਂ ਤਾਂ ਮਹੀਨੇ ਬਾਅਦ ਨਹੀਂ ਤੇ 4 ਮਹੀਨੇ ਬਾਅਦ ਤਾਕਤਾਂ ਜਿਨ੍ਹਾਂ ਕੋਲ ਉਹਨਾਂ ਕੋਲ ਰਹਿਣੀਆਂ। ਕੀ ਸੰਵਿਧਾਨ ਇਸ ਤਰ੍ਹਾਂ ਦੇ ਪ੍ਰੋਟੋਕਾਲ ਵਿਆਖਿਆ ਨਹੀਂ ਕਰਦਾ? ਕੀ ਸਭ ਨੂੰ ਨਹੀਂ ਪਤਾ? ਕੀ ਇਸ ਗੱਲ ਦਾ ਕਹਿ ਕੇ ਦੱਸਣਾ ਹੈ ਕਿ ਚੀਫ ਸੈਕਟਰੀ ਤੋਂ ਉੱਪਰ ਦਾ ਰੁਤਬਾ ਹੁੰਦਾ ਇੱਕ ਐਮਐਲਏ ਦਾ, ਚੁਣੇ ਹੋਏ ਵਿਧਾਇਕ ਦਾ? ਕੀ ਇੱਕ ਵਾਰੀ ਸਰਕਾਰ ਆਪਣੇ ਆਪ ਨੂੰ ਫਿਰ ਐਕਸਪੋਜ਼ ਨਹੀਂ ਕਰ ਰਹੀ ਇਸ ਤਰ੍ਹਾਂ ਦੀਆਂ ਬਚਕਾਨਾਂ ਦੀਆਂ ਚਿੱਠੀਆਂ ਕੱਢ ਕੇ? ਉਹ ਵੈਸੇ ਮੈਂ ਕੌਣ ਆ ਜੀ ਇਹ ਕਹਿਣ ਵਾਲਾ? ਸਰਕਾਰ ਤਾਂ ਸਰਕਾਰ ਹੁੰਦੀ, ਜੋ ਮਰਜ਼ੀ ਕਰੇ। ਵੈਸੇ ਤਾਂ ਇੱਕ ਪੰਜਾਬੀ ਚ ਆਮ ਨਾਰਮਲੀ ਕਿਹਾ ਜਾਂਦਾ ਕਿ ਸਨਮਾਨ ਨਾ ਮੰਗਿਆ ਨਹੀਂ ਜਾਂਦਾ, ਸਨਮਾਨ ਅਰਜਿਤ ਕੀਤਾ ਜਾਂਦਾ ਹੈ। ਔਰ ਤੁਸੀਂ ਆਪਣੀ ਸ਼ਖਸੀਅਤ ਨੂੰ ਇਸ ਲੈਵਲ ਦੀ ਬਿਲਡ ਕਰਦੇ ਹੋ ਕਿ ਉਹ ਸਨਮਾਨ ਲੋਕ ਤੁਹਾਡੇ ਵੈਸੇ ਹੀ ਅਫਸਰ ਤੇ ਆਲੇ ਦੁਆਲੇ ਕਰਨਗੇ। ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਚੋਣਾਂ ਲੜਦੇ ਹੋ, ਲੋਕਾਂ 'ਚ ਰਹਿੰਦੇ ਹੋ, ਡੈਮੋਕ੍ਰੇਸੀ ਹੈ, ਤੁਸੀਂ ਕਹਿੰਦੇ ਹੋ ਅਸੀਂ ਜਵਾਬਦੇਹ ਵੀ ਹਾਂ, ਅਸੀਂ ਪਾਰਦਰਸ਼ੀ ਤਰੀਕੇ ਨਾਲ ਵੀ ਚੱਲ ਰਹੇ ਹਾਂ, ਤਾਂ ਕਿਉਂ ਲੋੜ ਪਏ ਉਹਦੇ 'ਚ? ਇਹਦਾ ਮਤਲਬ ਇੱਕ ਤਾਂ ਆਪਣੇ ਪੀੜ੍ਹੀ ਹੇਠ ਸੋਟਾ ਫੇਰਨਾ ਵੀ ਬਹੁਤ ਜ਼ਰੂਰੀ ਹੈ ਕਿ ਕੀ ਸਾਡੇ ਐਮਐਲਏ ਅਜੇ ਐਡੇ ਜੋਗੇ ਨਹੀਂ ਹੋਏ ਕਿ ਉਹ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਟ੍ਰੇਡ ਯੂਨੀਅਨ ਲੀਡਰ ਹੋਵੇ ਤੇ ਕੋਈ ਮਾਸ ਆਰਗੇਨਾਈਜੇਸ਼ਨ ਦਾ ਕਿਸਾਨ ਲੀਡਰ ਹੋਵੇ ਔਰ ਉਹਦੀ ਇਨਸਲਟ ਕਰਕੇ ਦਿਖਾਵੇ। ਪ੍ਰੋਟੋਕੋਲ ਤਾਂ ਉਹ ਆਪ ਹੀ ਲੈ ਲੈਂਦਾ ਉੱਥੇ ਜਾ ਕੇ, ਉਹ ਤਾਂ ਨਾਲੇ ਚੁਣਿਆ ਨਹੀਂ ਹੁੰਦਾ, ਉਹਨੂੰ ਪਤਾ ਹੁੰਦਾ ਵੀ ਮੇਰੇ ਕੋਲ 500 ਬੰਦਾ ਧਰਨਾ ਥਾਣੇਦਾਰ ਜਾਂ ਡੀਸੀ ਦੇ ਬਾਹਰ ਚਲਵਾ ਦਊਗਾ। ਐਮਐਲਏ ਤਾਂ ਕਹਿੰਦਾ ਮੈਂ ਲੱਖਾਂ ਦਾ ਨੁਮਾਇੰਦਾ। ਤਾਂ ਕੀ ਹੁਣ ਉਹ ਨੁਮਾਇੰਦੇ ਦੇ ਨਾਲ ਉਹ ਤੁਰਨ ਲਈ ਤਿਆਰ ਨਹੀਂ? ਜਿਹੜੇ ਲੋਕ ਜਿਨ੍ਹਾਂ ਨੇ ਚੁਣਿਆ ਸੀ ਉਹ ਕਿਤੇ ਦੂਰ ਤਾਂ ਨਹੀਂ ਹਟਣ ਲੱਗੇ? ਇੱਕ ਤਾਂ ਇਹ ਸਵਾਲ ਜਿਹੜਾ ਆਪਣੇ ਅੰਦਰ ਦਾ ਸਵਾਲ ਹੈ। ਦੂਜਾ ਸਵਾਲ ਇਹ ਵੀ ਹੈ, ਇੱਕ ਪੋਲੀਟੀਕਲ ਤੰਤਰ ਦੇ ਵਿੱਚ ਮਤਲਬ ਗੱਲ ਸਪਸ਼ਟ ਨਹੀਂ ਹੁੰਦੀ। ਚੁਣੇ ਹੋਏ ਨੁਮਾਇੰਦਿਆਂ ਦੀ ਜਿਹੜੀ ਇੱਕ ਇੱਜ਼ਤ ਦਾ ਸਵਾਲ ਹੈ, ਕੀ ਵਿਰੋਧੀ ਧਿਰ ਦੇ ਐਮਐਲਏਆਂ ਦਾ ਵੀ ਤੁਸੀਂ ਉਹੀ ਇੱਜ਼ਤ ਕਰਾਉਣ ਦੇ ਲਈ ਟਰਾਈ ਕਰ ਰਹੇ ਹੋ? ਔਰ ਸਾਡੇ ਬੜੇ ਲੰਮੇ ਸਮੇਂ ਦਾ ਇੱਕ ਕਲਚਰ ਚੱਲਿਆ ਪੰਜਾਬ ਦੇ ਵਿੱਚ, ਔਰ ਵਿਰੋਧੀ ਧਿਰ ਦੀ ਜਗ੍ਹਾ ਤਾਂ ਸਭ ਨੇ ਹਲਕਾ ਇੰਚਾਰਜ ਲਾਤੇ, ਕਿਸੇ ਨੇ ਐਲਾਨ ਕਰਕੇ ਲਾਏ, ਕਿਸੇ ਨੇ ਅਣਐਲਾਨੇ ਲਾਤੇ ਕਿ ਉਹ ਚੁਣੇ ਹੋਣ ਨਾ ਹੋਣ, ਉਹਨਾਂ ਐਮਐਲਏਆਂ ਦੀ ਕੋਈ ਮੁੱਕਤ ਨਹੀਂ ਹੈ ਤੇ ਆਪਣੀ ਸਰਕਾਰ ਆਪਣੀ ਹੀ ਮੁੱਕਤ ਚੱਲੇਗੀ। ਜਦੋਂ ਜਮਹੂਰੀਅਤ ਚ ਟੀਰ ਆ ਜੇ ਅੱਖਾਂ ਦੇ ਵਿੱਚ, ਤਾਂ ਤੁਸੀਂ ਬਾਕੀ ਇਕੱਲੇ ਇੱਕ ਵਰਗ ਤੋਂ ਅਫਸਰਾਂ ਤੋਂ ਪੁੱਛੋਗੇ, ਚਾਹੋਗੇ ਕਿ ਸਾਡੀ ਇੱਜ਼ਤ ਤਾਂ ਬਰਕਰਾਰ ਰਹੇ। ਅਸੀਂ ਨਹੀਂ ਇੱਜ਼ਤ ਕਰਦੇ ਲੋਕਾਂ ਦੇ ਚੁਣੇ ਹੋਏ ਬੰਦਿਆਂ ਦੀ, ਆਪਣੇ ਆਪ ਨਹੀਂ ਕਰਦੇ। ਔਰ ਇਸੇ ਤਰੀਕੇ ਦੇ ਨਾਲ ਅਗਲਾ ਜਿਹੜਾ ਇੱਕ ਸਵਾਲ ਇਹਦੇ ਚ ਹੋਰ ਆਉਂਦਾ, ਜਿਹੜਾ ਇਦੋਂ ਪਹਿਲਾਂ ਸਰਪੰਚਾਂ ਬਾਰੇ ਵੀ ਆਇਆ, ਸਰਪੰਚ ਵੀ ਤਾਂ ਪਿੰਡ ਦਾ ਮੁੱਖ ਮੰਤਰੀ ਹੈ, ਤੇ ਜੇ ਉਹ ਐਮਐਲਏ ਆਪਦੇ ਦਰਾਂ ਚ ਬਿਠਾ ਕੇ ਬਾਹਰ ਵਿਰੋਧੀ ਧਿਰ ਦੇ ਸਰਪੰਚ ਦਾ ਰਿਕਾਰਡ ਮੰਗਾ ਲਓ, ਕਿਸੇ ਦਾ 3-4 ਸੁਸਾਈਡ ਕਰ ਗਏ ਵੱਖ-ਵੱਖ ਮਾਮਲਿਆਂ 'ਚ, ਕਿਸੇ ਦਾ ਕੁਛ ਕਰ ਦੋ, ਤਾਂ ਤੁਹਾਨੂੰ ਵੀ ਉਹਨਾਂ ਦੀ ਇੱਜ਼ਤ ਉਸੇ ਤਰ੍ਹਾਂ ਕਰਨ ਦੀ ਆਦਤ ਪੈਣੀ ਪਏਗੀ। ਪਹਿਲਾਂ ਬਾਦਲ ਸਾਹਿਬ ਨੇ ਵੀ ਇੱਕ ਚਿੱਠੀ ਕੱਢੀ ਸੀ, ਸਰਪੰਚਾਂ ਦਾ ਸਨਮਾਨ ਕਰੋ, ਥਾਣੇ ਜਾਂਦੇ ਨੇ, ਕਚਹਿਰੀ ਜਾਂਦੇ ਨੇ। ਅਮਰਿੰਦਰ ਸਿੰਘ ਉਹਨਾਂ ਨੇ ਵੀ ਕੱਢੀ। ਇਹ ਹੁਣ ਸਰਪੰਚਾਂ ਤੋਂ ਆਉਂਦੇ ਆਉਂਦੇ ਉੱਪਰ ਹੋ ਗਈ ਗੱਲ, ਮੇਰੇ ਖਿਆਲ ਐਮਐਲਏ ਤੱਕ ਪਹੁੰਚ ਗਈ ਵੀ ਐਮਐਲਏ ਦਾ ਵੀ ਸਨਮਾਨ ਨਹੀਂ ਹੋ ਰਿਹਾ। ਇੱਕ ਪੁਆਇੰਟ ਗਵਰਨਮੈਂਟ ਤੇ ਵੀ ਉੱਠਦਾ ਹੈ ਕਿ 1 ਸਾਲ ਹੋਣ ਵਾਲਾ ਹੈ, ਹਜੇ ਤੱਕ ਤੁਹਾਡੇ ਐਮਐਲਏਆਂ ਦੇ ਸਨਮਾਨ ਲਈ ਚਿੱਠੀਆਂ ਕੱਢਣੀਆਂ ਪੈਂਦੀਆਂ ਨੇ, ਤਾਂ ਲੋਕਾਂ ਦਾ ਸਨਮਾਨ ਕਿੱਥੇ ਗਿਆ? ਤਾਂ ਲੋਕਾਂ ਨੂੰ ਕਿਵੇਂ ਡੀਲ ਕਰਦੇ ਹੋਣਗੇ ਉਹੀ ਅਧਿਕਾਰੀ, ਜਿਹੜੇ ਅਧਿਕਾਰੀ ਤੁਹਾਡੇ ਵਿਧਾਇਕ ਨੂੰ ਡੀਲ ਨਹੀਂ ਕਰਦੇ ਤੁਹਾਡੇ ਮੁਤਾਬਕ, ਪ੍ਰੋਟੋਕੋਲ ਦੇ ਮੁਤਾਬਕ? ਤਾਂ ਸਧਾਰਨ ਲੋਕਾਂ ਦਾ ਹਾਲ ਦਫ਼ਤਰਾਂ 'ਚ ਕੀ ਹੋਏਗਾ? ਇਹ ਕਿਸੇ ਤੋਂ ਕਹਿਣ ਦੀ ਗੱਲ ਨਹੀਂ ਹੈ, ਉਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ, ਕਿਉਂਕਿ ਉਹ ਤਾਂ ਪਾਵਰਹੀਣ ਹੁੰਦਾ, ਸੱਤਾਹੀਣ ਹੁੰਦਾ, ਉਹਨੂੰ ਤਾਂ ਕੋਈ ਪੁੱਛਦਾ ਨਹੀਂ ਹੈ ਉਸ ਮਾਮਲੇ ਦੇ ਵਿੱਚ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਅਗਲੀ ਗੱਲ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਸਾਡਾ ਸਨਮਾਨ ਇਸ ਲੈਵਲ ਦੇ ਹੋਵੇ, ਇੱਧਰ ਨਾ ਬੈਠੋ, ਇੱਧਰ ਬੈਠੋ, ਇੰਨੀ ਬਰੀਕੀ 'ਚ ਜਾਂਦੇ ਹੋ, ਕਿੱਥੇ ਕਿੱਥੇ ਬਿਠਾਉਣਾ, ਕਿੱਥੇ ਕਿੱਥੇ ਨਹੀਂ। ਇਹ ਮਾਮਲਾ ਹੋਇਆ 2-3 ਵਿਧਾਇਕਾਂ ਨਾਲ। ਇੱਕ ਤਾਂ ਤੁਹਾਡੇ ਯਾਦ ਹੋਣਾ ਫਰੀਦਕੋਟ ਹੋਇਆ ਸੀ ਉਦੋਂ ਅਗਸਤ 'ਚ, ਕਿਉਂਕਿ ਲੋਕਲ ਐਮਐਲਏ ਸਾਹਿਬ ਸੇਖੋਂ ਸਾਹਿਬ ਦੀ ਪਤਨੀ ਰੁੱਸ ਕੇ ਚਲੀ ਗਈ ਸੀ ਕਿ ਮੇਰੇ ਲਈ ਤਾਂ ਦੱਸੋ ਜੀ ਕਿੱਥੇ ਹੈ। ਤਾਂ ਹੁਣ ਕੀ ਉਹ ਸੱਜਾ ਪਾਸਾ ਨਾਲ ਪਤਨੀ ਦਾ ਵੀ ਹੋਊਗਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦਾ ਹੋਊਗਾ ਜਾਂ ਕਿਹਦਾ ਹੋਏਗਾ? ਕੀ ਸਰਕਾਰੀ ਦਰਬਾਰੇ ਫੰਕਸ਼ਨਾਂ ਦੇ ਵਿੱਚ ਜਿਹੋ ਜਿਹੇ ਫੰਕਸ਼ਨ ਹੁੰਦੇ ਨੇ ਉਹਦੇ ਚ ਫੈਮਿਲੀ ਪ੍ਰੋਟੋਕੋਲ ਲਾਗੂ ਹੁੰਦਾ ਜਾਂ ਇੰਡੀਵਿਜੂਅਲ ਪ੍ਰੋਟੋਕੋਲ ਲਾਗੂ ਹੁੰਦਾ, ਕਿਸੇ ਨੂੰ ਅਹੁਦੇ ਦੇ ਰੂਪ ਦੇ ਵਿੱਚ ਮਿਲਦਾ? ਔਰ ਜੇ ਫੈਮਿਲੀ ਥੋੜਾ ਜਿਹਾ ਪਿੱਛੇ ਦੂਜੇ ਗੈਸਟਾਂ 'ਚ ਬੈਠ ਜਾਏਗੀ, ਉਹਦੇ ਨਾਲ ਫਰਕ ਕੀ ਪੈਂਦਾ? ਅਸੀਂ ਆਪ ਚਲਾਉਂਦੇ ਆ ਕਿ ਐਮਐਲਏ ਦਾ ਮੁੰਡਾ ਹੈ, ਮੁੱਖ ਮੰਤਰੀ ਦਾ ਮੁੰਡਾ ਹੈ, ਫਲਾਣੇ ਦਾ, ਉਹਦੀ ਤਰਜੀਹ ਉਦੋਂ ਵੀ ਜ਼ਿਆਦਾ ਵਧਾ ਦਿੰਦੇ ਆ ਜਿਹੜੇ ਕੋਈ
ਉਹਨਾਂ ਦੇ ਪਾਰਟੀ ਦੀ ਹਾਇਰਾਰਕੀ ਦੇ ਵਿੱਚ, ਦਰਜਾਬੰਦੀ ਦੇ ਵਿੱਚ ਸੀਨੀਅਰ ਲੀਡਰ ਹੁੰਦੇ ਨੇ। ਅਸੀਂ ਪਰਿਵਾਰਵਾਦ ਦੀ ਸਿਆਸਤ ਤਾਂ ਉਧਰ ਨੂੰ ਲਿਜਾਂਦੇ ਆ। ਹੁਣ ਆਪਣੇ ਸਾਹਮਣੇ ਨੇ ਜਿਹੜੇ MLA MP ਜਾਂਦੇ ਨੇ, ਜੇ ਕਿਸੇ ਦੇ ਭੋਗ ਤੇ ਜਾਣਾ, ਵਿਆਹ ਤੇ ਜਾਣਾ, ਬਾਕੀ ਹੈ। ਇਹ ਕਲਚਰ ਨਹੀਂ ਉਹ ਡਿਵੈਲਪ ਕਰਦੇ ਕਿ ਮੇਰੀ ਪਾਰਟੀ ਦਾ ਦੂਜਾ ਬੰਦਾ ਚਲਾ ਜਾਊਗਾ ਜੇ ਮੈਂ ਨਹੀਂ ਜਾ ਸਕਿਆ। ਉਹ ਕਹਿੰਦਾ ਮੇਰਾ ਭਰਾ ਚਲਾ ਜਾਊਗਾ, ਮੇਰੀ ਵਾਈਫ ਚਲੀ ਜਾਊਗੀ, ਮੇਰਾ ਬਾਕੀ ਚਲਾ ਜਾਊਗਾ। ਮਤਲਬ ਫੈਮਿਲੀ ਰੂਲ ਵੱਲ ਨੂੰ ਹੀ ਜਾ ਰਹੇ ਹਾਂ ਅਸੀਂ। ਫਿਰ ਬਦਲਾ ਪਰ ਸਰਦਾਰ ਸਾਹਿਬ ਇੰਜ ਹੈ, ਲੋਕ ਵੀ ਤਾਂ ਇਹ ਕਹਿੰਦੇ ਨੇ ਵੀ MLA ਸਾਹਿਬ ਜੇ ਤੁਸੀਂ ਨਾ ਆਏ ਤੇ ਘਰ ਵਾਲੀ ਭੇਜ ਦਿਓ, ਜਾਂ ਮੁੰਡੇ ਨੂੰ ਭੇਜ ਦਿਓ, ਜਾਂ ਭਰਾ ਭੇਜ ਦਿਓ, ਸਾਡਾ ਮਾਣ ਤਾਣ ਤਾਂ ਰਹੂਗਾ ਕਿ ਉਹਨਾਂ ਦੇ ਐਕਚੁਅਲੀ ਅਸੀਂ ਪਰਸਨੈਲਿਟੀ ਕਲਟ ਬਣਾ ਲਿਆ। ਅਸੀਂ MLA ਨੂੰ ਇੱਕ ਤਾਕਤ ਦਾ ਸਿੰਬਲ ਬਣਾ ਲਿਆ। ਚਲੋ ਆਪਾਂ ਇਸ ਗੱਲ ਨੂੰ ਇੱਕ ਪੱਲੀ ਪਾਸੇ ਵੀ ਰੱਖ ਦਿੰਦੇ। ਮੈਂ ਦੂਜਾ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਹਮੀਰ ਸਿੰਘ ਜੀ, ਇਹ ਪਾਰਟੀ ਉਹ ਆ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ VIP ਕਲਚਰ ਦੇ ਸਿਰਿਓਂ ਖਿਲਾਫ ਹੈ। ਪਹਿਲਾਂ ਤਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਕੋਈ ਆ ਲਾਲ ਬੱਤੀ ਨਹੀਂ, ਕੋਈ ਗਨਮੈਨ ਕਲਚਰ ਨਹੀਂ, ਫਿਰ ਉਹ ਸਰਕਾਰੀ ਘਰ ਲੈਣ ਤੋਂ ਵੀ ਇੱਕ ਵਾਰੀ ਮੁਨਕਰ ਹੋ ਗਏ। ਅੱਜ ਜੇਕਰ ਚਿੱਠੀਆਂ ਕੱਟ ਕੇ ਸਨਮਾਨ, ਇਹਦਾ ਮਤਲਬ ਤਾਂ ਇਹੀ ਆ ਨਾ ਕਿ ਅਫਸਰ ਜਿਹੜੇ ਆ ਉਹ ਆਮ ਬੰਦੇ ਨਾਲੋਂ MLA ਨੂੰ ਵਖਰਾ ਕੇ ਵੇਖਣ। ਨੋ ਡਾਊਟ ਉਹ ਚੁਣੇ ਹੋਏ ਆ, ਉਹਨਾਂ ਨੂੰ ਸੰਵਿਧਾਨਕ ਤੌਰ ਤੇ ਇੱਕ ਪ੍ਰੋਟੋਕਾਲ ਮਿਲਦਾ ਹੋਊਗਾ, ਪਰ ਆਪਾਂ ਤਾਂ ਇਹ ਕਹਿ ਕੇ ਆਏ ਸੀ ਕਿ ਯਾਰ ਇਹ ਅਸੀਂ ਆਪੇ ਤਿਆਰ ਕੀਤੇ ਆ। ਪਾਰਲੀਮੈਂਟ ਹੋਣ, ਵਿਧਾਨ ਸਭਾਵਾਂ ਹੋਣ, ਇਹ ਪ੍ਰੋਟੋਕਾਲ ਹੋਣ, ਇਹ ਇੱਕ ਚੁਣੇ ਹੋਏ ਬੰਦੇ ਨੂੰ, ਤਾਕਤਵਰ ਬੰਦੇ ਨੂੰ ਆਮ ਬੰਦੇ ਨਾਲੋਂ ਵੱਖਰਾ ਕਰਦਾ। ਤੇ ਅਸੀਂ ਆਮ ਬੰਦੇ ਚੋਂ ਆਏ ਆ, ਆਮ ਬੰਦੇ ਵਰਗੇ ਰਵਾਂਗੇ। ਉਹੀ ਕਲਚਰ ਜੋ ਉਹ ਭੋਗਦੇ ਆ ਅਸੀਂ ਵੀ ਉਹੀ ਭੋਗਾਂਗੇ। ਇਹਦਾ ਮਤਲਬ ਹੈ ਕਿ 9-10 ਮਹੀਨਿਆਂ 'ਚ ਅਸੀਂ ਆਪਣੇ ਆਪ ਲਈ ਕੁਝ ਲੀਕਾਂ ਤੈਅ ਕਰ ਲਈਆਂ, ਅਸੀਂ ਕੋਈ ਤਰਜੀਹਾਂ ਤੈਅ ਕਰ ਲਈਆਂ, ਕੁਝ ਆਪਣੇ ਲਈ ਅਸੀਂ ਪੈਮਾਨੇ ਸੈੱਟ ਕਰ ਲਿਆ ਕਿ ਅਸੀਂ ਤਾਂ ਖਾਸ ਹੈ। ਉਹ ਬਾਦਸ਼ਾਹਤ ਕੈਪਟਨ ਅਮਰਿੰਦਰ ਸਿੰਘ ਵਾਲੀ, ਬਾਦਲ ਪਰਿਵਾਰ ਦੀ ਬਾਦਸ਼ਾਹਤ, ਔਰ ਅੱਗੇ ਵਧਦਿਆਂ ਹੁਣ ਹਰੇਕ ਵਿਅਕਤੀ ਜਿਹੜਾ ਮੰਤਰੀ ਬਣਦਾ, MLA ਬਣਦਾ, ਜੋ ਵੀ ਸਾਡੀ ਪਰੰਪਰਾਗਤ ਰਾਜਨੀਤੀ ਸੀ, ਟ੍ਰੈਡੀਸ਼ਨਲ ਰਾਜਨੀਤੀ ਸੀ, ਇਹਦਾ ਮਤਲਬ ਅਸੀਂ ਉਹਦੇ ਨਾਲੋਂ ਇੱਕ ਕਦਮ ਅੱਗੇ ਜਾਣ ਲਈ ਵੀ ਤਿਆਰ ਹਾਂ। ਇਹ ਸਾਰੀਆਂ ਗੱਲਾਂ ਦੇ ਉੱਤੇ ਸਵਾਲ ਤਾਂ ਉੱਠਣਗੇ ਨਾ ਜੀ। ਮੇਰਾ ਖਿਆਲ ਤੁਸੀਂ ਇਹੀ ਐਡਰੈਸ ਕਰ ਰਹੇ ਹੋ। ਨਹੀਂ, ਬਿਲਕੁਲ ਸਵਾਲ ਕੱਲੇ 10.5 ਮਹੀਨਿਆਂ 'ਚ ਨਹੀਂ ਉੱਠੇ, ਸਵਾਲ 2013 ਤੋਂ ਹੀ ਉੱਠਣੇ ਸ਼ੁਰੂ ਹੋ ਗਏ ਸੀ, ਜਦੋਂ ਕੇਜਰੀਵਾਲ ਉਹਨਾਂ ਨੇ ਆਪ ਲਿਖ ਕੇ ਕਿਹਾ ਕਿ ਚੀਫ ਮਿਨਿਸਟਰ ਲਈ ਛੋਟਾ ਘਰ ਹੈ, ਮੈਨੂੰ ਵੱਡਾ ਘਰ ਦਿਓ, ਇੰਨੇ ਬੈਡਰੂਮ ਵਾਲਾ ਦਿਓ, ਉੱਥੇ ਮੈਂ ਦਫ਼ਤਰ ਵੀ ਬਣਾਉਂਗਾ। ਉਹਦੇ ਤੇ LG ਨੇ ਥੋੜਾ ਬਹੁਤ ਇਤਰਾਜ਼ ਵੀ ਕੀਤਾ ਸੀ, ਥੋੜਾ ਬਹੁਤ 8-10 ਦਿਨ ਲੱਗੇ ਸੀ ਇਹ ਸਾਰੇ ਕਸਮ ਉਦੋਂ ਬਾਅਦ ਸਾਰਾ ਮਾਹੌਲ ਫੇਰ ਆਇਆ ਕਿ ਜਦੋਂ ਤੁਸੀਂ ਦਿਨਾਂ ਦੇ ਆਉਂਦੇ ਹੋ, ਕਿੰਨੇ ਬਾਡੀਗਾਰਡ ਤੁਹਾਨੂੰ ਚਾਹੀਦੇ ਨੇ, ਨੇੜੇ ਤੁਹਾਡੇ ਕੋਈ ਢੁੱਕ ਸਕਦਾ ਜਾਂ ਨਹੀਂ ਢੁੱਕ ਸਕਦਾ, ਕੌਣ ਤੁਹਾਡੇ ਦਫ਼ਤਰ ਵੜ ਸਕਦਾ ਜਾਂ ਨਹੀਂ। ਪੱਤਰਕਾਰਾਂ ਤੇ ਵੀ ਦਿੱਲੀ 'ਚ ਪਹਿਲੀ ਵਾਰ ਰੋਕ ਲੱਗੀ ਸੀ ਕਿ ਚੀਫ ਮਿਨਿਸਟਰ ਦੇ ਦਫ਼ਤਰ 'ਚ ਨਹੀਂ ਜਾ ਸਕਦੇ ਸੀ, ਉਦੋਂ ਰੌਲਾ ਪਿਆ ਸੀ ਬਹੁਤ ਜ਼ਿਆਦਾ ਉਸੇ ਮਾਮਲੇ 'ਚ। ਇਸ ਲਈ VIP ਕਲਚਰ ਤਾਂ ਦਿੱਲੀ ਤੋਂ ਪਹਿਲਾਂ ਦੇ ਸਟਾਰਟ ਹੋਇਆ। ਜਿੱਥੇ ਪਾਰਟੀ ਦਾ ਇੱਕ ਕਨਵੀਨਰ ਹੋਏਗਾ, ਬਾਕੀ ਸਾਰੇ ਵਲੰਟੀਅਰ ਹੋਣਗੇ, ਤਾਂ VIP ਕਲਚਰ ਇਦੋਂ ਵੀ ਹੋਰ ਕਿੱਥੇ ਹੋਊ ਜਿਹੜਾ ਪਾਰਟੀ 'ਚ ਤਾਕਤ ਵੰਡਣ ਦੀ ਹੈਸੀਅਤ 'ਚ ਨਾ ਹੋਵੇ ਕਿ ਆ ਜਨ ਸੈਕਟਰੀ ਆ, ਮੀਤ ਪ੍ਰਧਾਨ ਹੈ, ਬਾਕੀ ਤਾਂ ਜਿਹੜੀ ਪਬਲਿਕ ਦੇ ਵਿੱਚ ਸਰਕਾਰੀ ਤਾਕਤ ਹੋਏਗੀ ਉਹ ਕਿੱਥੋਂ ਵੰਡੀ ਜਾਣੀ ਹੈ ਜਦੋਂ ਤੁਸੀਂ ਸਮਾਜਿਕ ਆਪਣੇ ਪਾਰਟੀ ਦੇ ਅੰਦਰ ਤਾਕਤ ਨਹੀਂ ਵੰਡ ਰਹੇ। ਇਹ ਇੱਕ ਐਟੀਟਿਊਡ ਹੈ, ਇੱਕ ਤੁਹਾਡੀ ਮਾਨਸਿਕਤਾ ਦਾ ਕੁਐਸਚਨ ਹੈ, ਔਰ ਇਸੇ ਕਰਕੇ ਇਹ ਓਵਰਆਲ ਡੈਮੋਕ੍ਰੇਸੀ ਦੇ ਸਵਾਲ ਨੇ, ਵੱਡੇ ਦਾਇਰੇ ਦੇ, ਇੱਕ ਪਾਰਟੀ ਦਾ ਸਵਾਲ ਨਹੀਂ ਹੈ। ਪਰ ਇਹਨਾਂ ਤੇ ਇਸ ਕਰਕੇ ਜ਼ਿਆਦਾ ਢੁਕਦਾ ਕਿਉਂਕਿ ਤੁਸੀਂ ਸਵਰਾਜ ਦੀ ਇੱਕ ਕਿਤਾਬ ਲਿਖ ਕੇ ਆਏ ਸੀ। ਕੇਜਰੀਵਾਲ ਸਾਹਿਬ ਨੇ ਇੱਕ ਕਿਤਾਬ ਲਿਖੀ ਸੀ ਸਵਰਾਜ, ਜਿਹਦੇ ਚ ਉਹ ਕਹਿੰਦੇ ਸੀ ਕਿਵੇਂ ਗ੍ਰਾਮ ਸਭਾਵਾਂ ਕੰਮ ਕਰਨਗੀਆਂ, ਕਿਵੇਂ ਅਫਸਰਸ਼ਾਹੀ ਬਾਹਰ ਹੋਏਗੀ, ਕਿਵੇਂ ਪੋਲੀਟੀਸ਼ੀਅਨ ਨੂੰ ਨਹੀਂ ਪੁੱਛੇਗਾ, ਲੋਕ ਮਿਲ ਕੇ ਆਪਣੇ ਫੈਸਲੇ ਆਪ ਕਰਿਆ ਕਰਨਗੇ। ਸਵਿਟਜ਼ਰਲੈਂਡ ਦੀ ਤਰ੍ਹਾਂ ਜੇ 1 ਲੱਖ ਲੋਕ ਲਿਖ ਕੇ ਦੇਣਗੇ, ਪਾਰਲੀਮੈਂਟ ਕਾਨੂੰਨ ਬਣਾਉਣ ਲਈ ਪਾਬੰਦ ਹੋਏਗੀ। ਇੱਥੇ ਤਾਂ ਕੁਝ ਵੀ ਨਹੀਂ ਹੈ ਤੁਹਾਡਾ ਇਹੋ ਜਿਹਾ ਕੁਝ ਜਿਹੜਾ ਚੀਜ਼ਾਂ ਚੱਲ ਰਹੀਆਂ ਨੇ। ਇਸ ਕਰਕੇ ਇਹ ਡਿਬੇਟ ਉਸ ਐਂਗਲ ਤੋਂ ਮਾਨੇ ਪੂਰਨ ਹੈਗੀ ਹੈ ਕਿ ਕੀ ਅਸੀਂ ਜਮਹੂਰੀਅਤ ਨੂੰ ਸਮਝਿਆ ਹੀ ਨਹੀਂ ਹੈ, ਜਾਂ ਜਮਹੂਰੀਅਤ ਕੇਵਲ ਸਾਡਾ ਕਹਿਣ ਦਾ ਨਾਂ ਹੋ ਗਿਆ, ਤੇ ਜਦੋਂ ਤਾਕਤ ਆ ਜਾਏਗੀ ਅਸੀਂ ਬਿਲਕੁਲ ਪਲਟਾ ਖਾ ਜਾਾਂਗੇ। ਸਾਡਾ ਇਖਲਾਕ, ਸਾਡੀ ਮੋਰੈਲਿਟੀ, ਸਾਡੀ ਨੈਤਿਕਤਾ ਦਾ ਜਿਹੜਾ ਲੈਵਲ ਹੈ ਉਹ ਇੰਨਾ ਨੀਚੇ ਕਿਉਂ ਜਾ ਰਿਹਾ ਓਵਰਆਲ। ਭਾਸਕਰ ਸਾਹਿਬ ਇਹਦੇ ਤੇ ਕੁਝ ਕਹਿਣਾ ਚਾਹੁੰਦੇ? ਪਰ ਇੱਕ ਸਵਾਲ ਮੈਂ ਦੋਵਾਂ ਲਈ ਹੋਰ ਵੀ ਖੜਾ ਕਰਦਾ ਹਾਂ। ਉਹ ਸਵਾਲ ਇੱਕ ਗੱਲ ਬੜੀ ਨੋਟ ਕਰਨ ਵਾਲੀ ਹੈ, ਜਿਹੜੀ ਚਿੱਠੀ ਅੱਜ ਕੱਢੀ ਹੈ, ਇਹ ਚਿੱਠੀ ਕੋਈ ਸਰਕਾਰੀ ਪ੍ਰੈਸ ਨੋਟ ਦੇ ਜ਼ਰੀਏ ਨਹੀਂ ਕੱਢੀ ਗਈ। ਇਹ ਚਿੱਠੀ ਅਫਸਰਾਂ ਨੂੰ ਭੇਜੀ ਗਈ ਹੈ, ਔਰ ਅਫਸਰਾਂ ਨੇ ਹੀ ਆਪਣੇ ਗਰੁੱਪਾਂ ਦੇ ਵਿੱਚ ਪਾ ਕੇ ਇਸ ਚਿੱਠੀ ਨੂੰ ਸਪਰੈਡ ਕੀਤਾ। ਹੁਣ ਮੇਰੇ ਕੋਲ ਵੀ ਜਿਹੜੇ WhatsApp ਆਏ ਨੇ ਉਹ ਅਫਸਰਾਂ ਦੇ ਹੀ ਆਏ ਨੇ ਕਿ ਵੀ ਪੜ੍ਹੋ ਇਹ ਚਿੱਠੀ, ਉਹਦੇ 'ਚ ਕੋਈ ਕਮੈਂਟ ਨਹੀਂ ਹੈ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਜੋ ਕੁਝ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰ ਰਹੇ ਹਾਂ ਤਕਰੀਬਨ ਉਹੀ ਕਰਾਂਗੇ। ਇਹ ਗੱਲ ਬੜੀ ਜ਼ਿਕਰਯੋਗ ਹੈ ਕਿ ਅਫਸਰ ਨੂੰ ਇਹ ਪਤਾ ਹੈ ਚੰਗੀ ਤਰ੍ਹਾਂ ਕਿ ਵੀ ਇਸ ਚਿੱਠੀ ਦਾ ਮਤਲਬ ਕੀ ਹੈ, ਔਰ ਇਹ ਚਿੱਠੀ ਜਦ ਮੀਡੀਆ ਦੇ ਹੱਥ ਲੱਗੇਗੀ ਤੇ ਇਸ ਨੂੰ ਕਿਸ ਤਰੀਕੇ ਨਾਲ ਲਿੱਤਾ ਜਾਏਗਾ। ਕਈ ਵਾਰ ਜਿਹੜੇ ਹੁਕਮ ਕੱਢੇ ਜਾਂਦੇ ਨੇ ਉਹਦੀ ਇੰਪਲੀਮੈਂਟੇਸ਼ਨ ਕਿੱਦਾਂ ਦੇ ਤਰੀਕੇ ਨਾਲ ਹੋਣੀ ਹੈ, ਉਹਦੇ ਉੱਤੇ ਸਰਕਾਰ ਕੋਈ ਬਹੁਤਾ ਗੌਰ ਨਹੀਂ ਕਰ ਰਹੀ। ਮੈਂ ਜਿਹੜਾ ਸਵਾਲ ਉਠਾ ਰਿਹਾ ਸੀ ਨਾ ਭਾਸਕਰ ਸਾਹਿਬ, ਵੈਸੇ ਮੈਂ ਚਿੱਠੀ ਕੱਢ ਹੀ ਲਈ ਆ
ਉੱਤੇ ਲਿਖਿਆ ਪੰਜਾਬ ਸਰਕਾਰ, ਥੱਲੇ ਲਿਖਿਆ ਆਮ ਰਾਜ ਪ੍ਰਬੰਧ ਵਿਭਾਗ, ਥੱਲੇ ਲਿਖਿਆ ਰਾਜਨੀਤੀ 1 ਨੰਬਰ ਸ਼ਾਖਾ, ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ। ਠੀਕ ਹੈ ਜੀ। ਤੇ ਇਹ ਚਿੱਠੀ ਗਈ ਹੈ ਕੁਮਾਰ ਰਾਹੁਲ ਵੱਲੋਂ, ਜਿਹੜੇ IAS ਨੇ, ਸਕੱਤਰ ਆਮ ਰਾਜ ਪ੍ਰਬੰਧ ਦੇ। ਇਹਦਾ ਮਤਲਬ ਹੁਕਮ ਤਾਂ ਸਰਕਾਰੀ ਆ, ਇਹਦਾ ਤਰੀਕਾ ਇਹੀ ਆ। ਚਲੋ ਅੱਜ ਕੱਲ ਕਿਹੜਾ ਹੁਕਮ ਪਰਦੇ ਥੱਲੇ ਰਹਿੰਦਾ ਹੈ, ਅਫਸਰਾਂ ਨੂੰ ਵੀ। ਇੱਕ ਸਵਾਲ ਮੈਂ ਜਿਹੜਾ ਸਰਦਾਰ ਹਮੀਰ ਸਿੰਘ ਜੀ ਦੋਨਾਂ ਵੱਲ ਲੈ ਕੇ ਜਾਣਾ, ਪਹਿਲਾਂ ਭਾਸਕਰ ਸਾਹਿਬ ਵੱਲ, ਕਿ ਪਿਛਲੇ ਦਿਨਾਂ 'ਚ ਜਦੋਂ ਅਫਸਰਾਂ ਨੇ ਤੇਵਰ ਦਿਖਾਏ, ਜਦੋਂ PCS ਸਟ੍ਰਾਈਕ ਤੇ ਚਲੇ ਗਏ, IAS ਅਣਐਲਾਨੀ ਸਟ੍ਰਾਈਕ ਵਾਂਗ ਲਗਭਗ ਸਰਕਾਰ ਦੇ ਸਾਹਮਣੇ ਖਲੋ ਗਏ। ਸਟ੍ਰਾਈਕ ਨਹੀਂ ਸੀ, ਉਹਨਾਂ ਕੰਮ ਵੀ ਨਹੀਂ ਛੱਡਿਆ, ਪਰ ਇੱਕ ਵਿਰੋਧ ਬਹੁਤ ਵੱਡਾ ਸੀ। ਉਸ ਤੋਂ ਬਾਅਦ ਸਰਕਾਰ ਨੂੰ ਲੱਗਿਆ ਕਿ ਸਾਨੂੰ ਅਫਸਰਾਂ ਨਾਲੋਂ ਆਪਣੀ ਚੁਣੇ ਹੋਏ ਨੁਮਾਇੰਦਿਆਂ ਨੂੰ ਵੱਧ ਤਰਜੀਹ ਦੇਣੀ ਚਾਹੀਦੀ। ਕਿ ਉਸ ਤੋਂ ਬਾਅਦ ਵੀ ਲੱਗਿਆ ਕਿ ਸਾਨੂੰ ਸਾਰੇ ਸਿਸਟਮ ਦੇ ਵਿੱਚ ਆਪਣੇ ਬੰਦੇ ਤਗੜੇ ਕਰਨੇ ਚਾਹੀਦੇ। ਇਹੀ ਨਜ਼ਰ ਰੱਖਣ ਕਿ ਇਹ ਉਸ ਡਰ ਚੋਂ ਨਿਕਲਿਆ, ਕਿ ਇਹ ਉਸ ਲੋੜ ਚੋਂ ਨਿਕਲਿਆ। ਭਾਸਕਰ ਸਾਹਿਬ, ਇਹ ਸਵਾਲ ਥੋੜੀ ਜਿਹੀ ਲਾਈਨਾਂ 'ਚ ਤੁਸੀਂ ਐਡਰੈਸ ਕਰੋ, ਸਰਦਾਰ ਹਮੀਰ ਸਿੰਘ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਐਡਰੈਸ ਕਰਦੇ ਜੀ। ਬਿਲਕੁਲ, ਜਿਸ ਤਰੀਕੇ ਨਾਲ ਅਫਸਰਾਂ ਦਾ ਤੇ ਸਰਕਾਰ ਦਾ ਇੱਕ ਟਸਲ ਹੋਇਆ ਸੀ, ਔਰ ਉਸ ਸ਼ਰਤਾਂ ਦੇ ਵਿੱਚ ਜਿਹੜੀ PCS ਆਫੀਸਰਸ ਦੀ ਸਟ੍ਰਾਈਕ ਸੀ, ਉਹਦੇ ਵਿੱਚ ਉਹਨਾਂ ਦੀ ਮੇਨ ਆਬਜੈਕਸ਼ਨ ਸੀਗੀ ਜਿਹੜੇ ਨਰਿੰਦਰ ਸਿੰਘ ਧਾਰੀਵਾਲ ਨੇ, ਉਹਨਾਂ ਨੂੰ ਗਲਤ ਤਰੀਕੇ ਨਾਲ ਫੜਿਆ ਗਿਆ, ਔਰ ਉਹਦੇ ਵਿੱਚ ਪ੍ਰਕਿਰਿਆ ਦਾ ਪੂਰਾ ਪ੍ਰੋਸੈਸ ਨੂੰ ਅਡਾਪਟ ਨਹੀਂ ਕੀਤਾ ਗਿਆ। ਅੱਜ ਜਿਹੜੀ ਚਿੱਠੀ ਕੱਢੀ ਹੈ ਕਿ 17A ਲਈ ਪਰਮਿਸ਼ਨ ਲਿੱਤੀ ਜਾਏ, ਵਿਜੀਲੈਂਸ ਨੂੰ ਸਖਤ ਲੈਂਗੁਏਜ ਦੇ ਵਿੱਚ ਇਹ ਚਿੱਠੀ ਲਿਖੀ ਗਈ ਹੈ। ਇਹਦੇ ਉੱਤੇ ਕਿਸੇ ਨਾ ਕਿਸੇ ਜਗ੍ਹਾ ਪਬਲਿਕ ਦੇ ਵਿੱਚ ਇਹ ਸਵਾਲ ਖੜੇ ਹੋ ਰਹੇ ਨੇ ਕਿ ਅਫਸਰਾਂ ਨੂੰ ਇਹ ਬਲੈਂਕਟ ਪ੍ਰੋਟੈਕਸ਼ਨ ਕਿਉਂ। ਹੁਣ ਜਿਹੜੀ ਚਿੱਠੀਆਂ ਸਰਕਾਰ ਕੱਢ ਰਹੀ ਹੈ, ਉਹਦੇ ਵਿੱਚ ਇਹ ਵੀ ਨਜ਼ਰ ਆਉਂਦਾ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਆਪਣੇ ਹੀ ਲਿੱਤੇ ਹੋਏ ਸਖਤ ਫੈਸਲਿਆਂ ਦੇ ਉੱਤੇ ਵਾਹਵਾਹੀ ਕਮਾਉਣ ਤੋਂ ਬਾਅਦ ਉਹ ਕਿਸੇ ਨਾ ਕਿਸੇ ਜਗ੍ਹਾ ਪੀਸ ਬਾਈ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਔਰ ਇਹ ਚਿੱਠੀਆਂ ਉਹਦਾ ਹੀ ਸਿਲਸਿਲਾ ਹੈ ਜਿਹਦੇ ਕਰਕੇ ਕੋਈ ਤਲਖੀ ਨਾ ਵਧੇ। ਉਸ ਤਲਖੀ ਨੂੰ ਕਿੱਦਾਂ ਆਪਾਂ ਅੰਡਰ ਦੀ ਕਾਰਪੇਟ ਹੀ ਰੱਖੀਏ, ਉਹ ਇੱਕ ਕੋਸ਼ਿਸ਼ ਦੇ ਤੌਰ ਤੇ ਐਕਸਰਸਾਈਜ਼ ਦੇਖੀ ਜਾ ਰਹੀ ਹੈ। ਹਮੀਰ ਸਿੰਘ ਜੀ, ਇਹ ਕੀ ਇਹਨੂੰ ਮੰਨ ਲਈਏ ਕਿ ਸਰਕਾਰ ਆਪਣੇ ਤੰਤਰ ਨੂੰ ਸਟਰੈਂਥਨ ਕਰਨ ਲਈ, ਤਾਕਤਵਰ ਕਰਨ ਲਈ ਲੱਗੀ ਹੋਈ ਹੈ? ਹੁਣ ਬੇਭਰੋਸਗੀ ਦਾ ਆਲਮ ਇਸ ਪੱਧਰ ਤੇ ਪਹੁੰਚ ਗਿਆ ਕਿ ਅਫਸਰਸ਼ਾਹੀ ਦੇ ਮੁਕਾਬਲੇ ਆਮ ਲੋਕਾਂ ਦੇ ਵਿੱਚ, ਕਿਉਂਕਿ ਇਲੈਕਸ਼ਨ ਦਰ ਇਲੈਕਸ਼ਨ ਆ ਰਹੀ ਨਾ, ਪਤਾ ਨਹੀਂ ਹੁੰਦਾ ਕਦੋਂ ਅਚਨਚੇਤ ਕੋਈ ਨਵੀਂ ਪ੍ਰੀਖਿਆ ਆ ਪੈਣੀ ਆ। ਸੰਗਰੂਰ ਹਰਨ ਤੋਂ ਬਾਅਦ ਜਦੋਂ ਹੁਣ ਜਲੰਧਰ ਦੇ ਵਿੱਚ ਸਾਹਮਣੇ ਉਹ ਪ੍ਰੀਖਿਆ ਆਣ ਪਈ ਆ, ਤੁਹਾਨੂੰ ਲੱਗਦਾ ਕਿ ਆਪਣੇ ਬੰਦੇ ਤਗੜੇ ਕਰਕੇ ਇਹਨਾਂ ਪ੍ਰੀਖਿਆਵਾਂ ਨੂੰ ਪਾਰ ਪਾਉਣਾ ਪਊਗਾ? 24 ਦੀ ਤਿਆਰੀ, ਆਪਣੇ ਬੰਦਿਆਂ ਦਾ ਮੁਰਾਲ ਅਪ ਕੀਤਾ ਜਾਵੇ, ਜੋ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਜਿਸ ਤਰੀਕੇ ਨਾਲ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਆਪਣੇ ਚੁਣੇ ਬੰਦੇ ਨੂੰ ਤਾਕਤਵਰ ਕਰਦੇ ਹੋ, ਕਈ ਵਾਰੀ ਉਹ ਮਿਲੀਆਂ ਤਾਕਤਾਂ ਤੋਂ ਉੱਪਰ ਵੀ ਹੋ ਜਾਂਦਾ, ਫਿਰ ਉਹ ਆਪਣੀ ਚਲਾਉਂਦਾ ਹੈ, ਆਪਣੀ ਪਗਾਉਂਦਾ ਹੈ। ਇਹਦਾ ਮਤਲਬ ਹੈ ਕਿ DC SSP ਫਿਰ MLAs ਦੇ ਕਹਿਣ ਤੇ ਬਦਲਤੇ ਜਾਣਗੇ। ਇਹਦਾ ਮਤਲਬ ਹੈ ਕਿ ਕਿਸੇ ਹਲਕੇ ਦੇ ਵਿੱਚ SHO, ਤਹਿਸੀਲਦਾਰ, BDPO, ਸਾਰਾ ਕੁਝ ਜਿਹੜਾ ਵਾ ਉਹ ਇੱਕ MLA ਦੇ ਅਨੁਸਾਰ ਹੀ ਚੱਲੂਗਾ। ਫਿਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਬਾਕੀ ਚੀਜ਼ਾਂ ਨੇ ਉਹ ਫਿਰ ਅੱਗੇ ਵਾਂਗ ਕਠਪੁਤਲੀ ਬਣ ਕੇ ਰਹਿ ਜਾਣਗੀਆਂ। ਇਹ ਸਵਾਲ ਹੁਣ ਉੱਠਣੇ ਸ਼ੁਰੂ ਹੋ ਗਏ। ਨਹੀਂ, ਪ੍ਰੋਸੈਸ ਤਾਂ ਉਹੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਚੁਣੇ ਨੁਮਾਇੰਦੇ ਵੀ ਇਹੀ ਕਹਿੰਦੇ ਨੇ ਸਾਡੀ ਨਹੀਂ ਚੱਲਦੀ ਜੇਕਰ, ਫਿਰ ਅਸੀਂ ਚੁਣੇ ਹੋਏ ਕਾਹਦੇ ਆ। ਔਰ ਜਦੋਂ ਚੁਣੇ ਹੋਏ ਕਾਹਦੇ ਆ, ਇੱਕ ਸਿਸਟਮ ਦੇ ਵਿੱਚ ਤੁਹਾਡੀ ਚੱਲੂਗੀ, ਨਾ ਕਿ ਇਹ ਹੈ ਵੀ ਜੋ ਤੋਂ ਤੁਹਾਡੇ ਮੂੰਹੋਂ ਹੁਕਮ ਨਿਕਲ ਗਿਆ ਉਹ ਹਰ ਇੱਕ ਲਾਗੂ ਹੋਵੇ। ਜੇ ਤਾਂ ਚੁਣੇ ਹੋਏ ਦਾ ਇਹ ਮਤਲਬ ਹੁੰਦਾ, ਫਿਰ ਤਾਂ ਅਲੱਗ ਗੱਲ ਹੈ। ਔਰ ਜੇਕਰ ਚੁਣੇ ਹੋਏ ਦਾ ਇਹ ਮਤਲਬ ਹੈ ਕਿ ਇੱਕ ਪ੍ਰੋਸੀਜਰ, ਇੱਕ ਸੈਟਅਪ ਹੁੰਦਾ ਹੈ, ਜਿਹੜੇ ਕੰਮ ਧੰਦੇ ਕਰ ਹੋਣੇ ਨੇ, ਤੁਸੀਂ ਲੋਕਾਂ ਦੇ ਕੰਮਾਂ ਲਈ ਲੜੋ। ਜਦੋਂ ਤੁਸੀਂ ਲੋਕਾਂ ਲਈ ਲੜੋਗੇ, ਤੁਹਾਡੀ ਜਿੱਤ ਆਟੋਮੈਟਿਕਲੀ ਵੱਧ ਜਾਣੀ ਹੈ। ਔਰ ਸਾਹਮਣੇ ਵਾਲੇ ਅਧਿਕਾਰੀ ਦਾ ਮਤਲਬ ਹੀ ਨਹੀਂ, ਤੁਸੀਂ ਆਪਣੇ ਅਧਿਕਾਰ ਲਈ ਲੜਨਾ ਸ਼ੁਰੂ ਕਰ ਦਿੰਦੇ ਹੋ, ਮਤਲਬ ਲੋਕਾਂ ਦੇ ਅਧਿਕਾਰ ਲਈ ਕੌਣ ਲੜੂਗਾ ਫਿਰ? ਇਹ ਗੱਲ ਤਾਂ ਉਦੋਂ ਉਲਟ। ਇਹਦਾ ਮਤਲਬ ਫਿਰ ਇਹ ਸਮਝ ਲਿਆ ਜਾਏ ਕਿ MLA ਦੀ ਔਕਾਤ ਇੰਨੀ ਨਹੀਂ ਹੈ ਕਿ ਉਹ ਲੋਕਾਂ ਲਈ ਲੜ ਪਾਏ। ਉਹ ਤਾਂ ਵਿਚਾਰਾ ਆਪਦਾ ਪ੍ਰੋਟੋਕਾਲ ਨਹੀਂ ਬਚਾ ਪਾ ਰਿਹਾ, ਉਹ ਤਾਂ ਆਪਣੀ ਜਿਹੜੀ ਸਨਮਾਨ ਹੈ ਉਹ ਆਪਣੀ ਕੁਰਸੀ ਓਡੇ ਜੋਗੀ ਨਹੀਂ ਕਰ ਪਾ ਰਿਹਾ, ਤਾਂ ਮੈਸੇਜ ਉਲਟਾ ਜਾਂਦਾ। ਪਰ ਇਹ ਦੋਨੋਂ ਚਿੱਠੀਆਂ ਮੈਨੂੰ ਲੱਗਦਾ ਇੱਕ ਕੋਰਸ ਕਰੈਕਸ਼ਨ ਵੀ ਨਜ਼ਰ ਆਉਂਦਾ ਹੈ ਕਿ ਸਰਕਾਰ ਪਿਛਲੇ ਦਿਨਾਂ 'ਚ ਝਟਕੇ ਲੱਗੇ ਦੋਨੋਂ ਥਾਵਾਂ ਤੋਂ। ਸੰਗਰੂਰ 'ਚ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਜ਼ਿਆਦਾ ਖੁਸ਼ੀ ਨਾਲ ਨਹੀਂ ਲੜੇ, ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੈ। ਔਰ ਉਹ ਜਲੰਧਰ 'ਚ ਸੰਗਰੂਰ ਵਾਲਾ ਨਾ ਵਾਪਰੇ, ਇੱਕ ਤਾਂ ਪੋਲੀਟੀਕਲੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਨਹੀਂ, ਤੁਹਾਡਾ ਖਿਆਲ ਸਾਡੇ ਲਈ ਬੜਾ ਜ਼ਰੂਰੀ ਹੈ। ਦੂਜਾ, ਅਫਸਰਾਂ ਨੇ ਵੀ ਉੱਪਰੋਂ ਚਾਹੇ ਸਰਕਾਰ ਨੇ ਬਹੁਤ ਜ਼ਿਆਦਾ ਦਿਖਾਇਆ ਕਿ ਅਸੀਂ ਬਹੁਤ ਬਹਾਦਰ ਹਾਂ, ਅਸੀਂ ਪਿੱਛੇ ਨਹੀਂ ਹਟਾਂਗੇ, ਪਰ ਅੰਦਰੋਂ ਜਿਹੜਾ ਇਹ ਕਰਤਾ ਕਿ 17 ਇਹ ਜ਼ਰੂਰੀ ਹੈ, ਅਥਾਰਟੀ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ। ਜੇ ਇਹ ਪਬਲਿਕਲੀ ਉਵੇਂ ਹੀ ਕਹਿੰਦੇ ਕਿ ਜ਼ਰੂਰੀ ਹੈ, ਪਰ ਅੰਦਰ ਖਾਤੇ ਅਫਸਰਾਂ ਨੂੰ ਤਾਂ ਜੇ ਚਾਹਤਾ ਨਾ ਕਿ ਜ਼ਰੂਰੀ ਹੈ ਅੱਗੇ ਤੋਂ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਤੁਹਾਡੀ ਗੱਲ ਵੀ ਠੀਕ ਹੈ, ਗੱਲ ਤੁਹਾਡੀ ਵੀ ਠੀਕ ਹੈ, ਗੱਲ ਤੁਹਾਡੀ ਵੀ ਠੀਕ ਹੈ। ਇਹ ਬੈਲੈਂਸ ਬਣਾਉਣ ਦਾ ਇੱਕ ਸਿਸਟਮ ਹੈ। ਇੱਕ ਪਬਲਿਕ ਕੰਜੰਪਸ਼ਨ ਵਾਸਤੇ ਹੈ, ਲੋਕਾਂ ਨੂੰ ਮੈਸੇਜ ਦੇਣਾ, ਇੱਕ ਬਿਊਰੋਕ੍ਰੇਸੀ ਵਾਸਤੇ ਹੈ ਚਿੱਠੀ ਜਿਹੜੀ ਉਹਨੂੰ ਮੈਸੇਜ ਦੇਣਾ। ਉਹਨਾਂ ਨੂੰ ਇਹ ਵੀ ਦੋਨਾਂ ਨੂੰ ਆਪਣਾ ਆਪਣਾ ਚਲਾ ਜਾਏ।
ਜੇ ਇਹਨੂੰ ਪ੍ਰਚਾਰਦੇ ਨੇ ਅਫਸਰਾਂ ਵਾਲੀ ਨੂੰ 17A ਨੂੰ ਕਿ ਐਵੇਂ ਪਰਮਿਸ਼ਨ, ਫਿਰ ਇਹ ਉਸ ਬਹਾਦਰੀ ਦਾ ਨਹੀਂ ਕੁਝ ਬਣਦਾ ਜਦੋਂ ਤੁਸੀਂ ਚੈਲੰਜ ਕਰਦੇ ਹੋ ਕਿ ਜਾਓ ਜਿਹਨੇ ਜਾਣਾ, ਅਸੀਂ ਇਸ ਲੈਵਲ ਦੀ ਗੱਲ ਕਰਾਂਗੇ। ਇਹਨਾਂ ਦੋਨਾਂ ਨੂੰ ਧਿਆਨ ਚ ਰੱਖਣਾ, ਮੇਰੇ ਖਿਆਲ ਨਾਲ ਦੋਨਾਂ ਚ ਉਹ ਚਾਹੁੰਦੇ ਨੇ ਕੋਈ ਬੈਲੈਂਸ ਜਾਂ ਬਣ ਜੇ, ਸਰਕਾਰ ਅੱਗੇ ਚੱਲੇ, ਸਰਕਾਰ ਕੋਈ ਹੋਰ ਕੰਮਾਂ ਬਾਰੇ ਪਾਸੇ ਸੋਚੇ ਮਾੜਾ ਮੋਟਾ, ਮਤਲਬ ਸੰਕਟ ਨਾ ਪੈਣ, ਚੰਗੀ ਤਰੀਕੇ ਨਾਲ ਉਦਾਂ ਹੀ ਚੱਲਿਆ, ਸਾਰੀਆਂ ਧਿਰਾਂ ਖੁਸ਼, ਤੂੰ ਵੀ ਖੁਸ਼ ਮੈਂ ਵੀ ਖੁਸ਼। ਇਸੇ ਤੌਰ ਤਰੀਕਿਆਂ ਕਰਕੇ ਲਗਭਗ ਪਿਛਲੇ 3 ਦਹਾਕਿਆਂ ਤੋਂ ਪੰਜਾਬ ਨੇ ਆਹ ਦਿਨ ਦੇਖਿਆ। ਮੈਂ ਅੱਜ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਿਆਂ, ਸਰਦਾਰ ਹਮੀਰ ਸਿੰਘ ਟਰੈਵਲ ਕਰ ਰਹੇ ਸੀਗੇ ਔਰ ਉਹ ਲੁਧਿਆਣੇ ਦੇ ਵਿੱਚ ਕਿਸੇ ਜਗ੍ਹਾ ਤੇ ਜਿੱਥੇ ਸਾਨੂੰ ਇੰਟਰਨੈਟ ਦੀ ਸਹੂਲਤ ਮਿਲੀ, ਅਸੀਂ ਖੜੇ ਹੋ ਗਏ। ਉਹ ਤੁਹਾਨੂੰ ਆਵਾਜ਼ਾਂ ਪਿੱਛੋਂ ਜਿਹੜੀਆਂ ਆ ਰਹੀਆਂ ਹੋਣਗੀਆਂ, ਜ਼ਰੂਰ ਜਿੱਦਾਂ ਤੁਸੀਂ ਟਰੈਵਲ ਕਰਦੇ ਹੋ ਉਵੇਂ ਦੀਆਂ ਆ ਰਹੀਆਂ ਹੋਣਗੀਆਂ। ਆਪਾਂ ਵੀ ਕਾਮਨਰ ਹੈ ਨਾ, ਆਮ ਬੰਦੇ, ਅਸੀਂ ਕਿਹੜੇ ਆਮ ਆਦਮੀ ਪਾਰਟੀ ਤੇ ਐਮਐਲਏ ਵਰਗੇ ਆ। ਭਾਸਕਰ ਸਾਹਿਬ ਮੁਸਕਰਾ ਰਹੇ ਆ, ਭਾਸਕਰ ਸਾਹਿਬ ਮੁਸਕਰਾਓ, ਤੁਸੀਂ ਕੈਮਰੇ ਤੇ ਹੋ। ਨਾਲ ਦੀ ਨਾਲ ਮੈਂ ਹੁਣ ਅੱਗੇ ਚੱਲਾਂ ਕਿ ਜਦੋਂ ਅਸੀਂ ਅਫਸਰਾਂ ਤੇ ਗਵਰਨਮੈਂਟ ਦੇ ਵਿੱਚ ਤਲਖੀਆਂ ਦੀ ਗੱਲ ਕਰ ਰਹੇ ਹਾਂ, ਜਦੋਂ ਅਸੀਂ ਆਮ ਬੰਦਿਆਂ ਨਾਲੋਂ ਆਪਣੇ ਐਮਐਲਏ ਨੂੰ ਵੱਖਰਾ ਵਰਤਾਓ ਦੇਣ ਦੀ ਕੋਸ਼ਿਸ਼ ਕਰਦੀ ਸਰਕਾਰ ਦੇਖ ਰਹੇ ਹਾਂ, ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫਾ ਵੀ ਉਸੇ ਦੌਰ ਦੇ ਵਿੱਚ ਦਾਖਲ ਹੁੰਦਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣਾ ਅਸਤੀਫਾ ਸਬਮਿਟ ਕਰਦੇ ਆ, ਉਹ ਕਿਉਂ ਕਰਦੇ ਨੇ ਇਹ ਹੁਣ ਸਭ ਜੱਗ ਜ਼ਾਹਰ ਹੋ ਚੁੱਕਿਆ। ਜਿਸ ਕਮੇਟੀ ਦੀ ਮੀਟਿੰਗ ਉਹਨਾਂ ਕਾਲ ਕੀਤੀ ਸੀ, ਇੱਕ ਅਖਬਾਰੀ ਰਿਪੋਰਟ ਅਨੁਸਾਰ ਉਹ ਮੀਟਿੰਗ ਜਿਹੜੀ ਵਿਧਾਨ ਸਭਾ ਦੀ ਸੀ ਉਹਨੂੰ ਰੱਦ ਕਰਤਾ ਗਿਆ। ਇਸ ਤੋਂ ਪਹਿਲਾਂ ਇਹਦਾ ਜ਼ਿਕਰ ਹੈ ਕਿ ਉਹਨਾਂ ਨੇ ਅਫਸਰਾਂ ਨੂੰ ਸੱਦਿਆ, ਅਫਸਰਾਂ ਨੇ ਜਾ ਕੇ ਉੱਪਰਲੀ ਸੱਤਾ ਨੂੰ ਜਾ ਕੇ ਨੌਕ ਕੀਤਾ, ਸਾਨੂੰ ਸੱਦਿਆ ਗਿਆ, ਦੇਖੋ ਜੀ ਸਾਡੇ ਨਾਲ ਸਖਤੀ ਹੋ ਸਕਦੀ, ਸਵਾਲ ਜਵਾਬ ਹੋ ਸਕਦੇ। ਸੋ ਕਿਸੇ ਵੀ ਤਰ੍ਹਾਂ ਦੀ ਅਣਕਿਆਸੀ ਸਥਿਤੀ ਤੋਂ ਬਚਣ ਲਈ ਜੇਕਰ ਉਹ ਮੀਟਿੰਗ ਰੱਦ ਹੋਈ ਤੇ ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦੇ ਕੇ ਪਾਸੇ ਹੋ ਗਏ, ਮੈਨੂੰ ਲੱਗਦਾ ਹੈ ਕਿ ਇਹ ਵੀ ਇੱਕ ਟਸਲ ਹੈ, ਇਹ ਵੀ ਇੱਕ ਬਹੁਤ ਅੰਦਰੂਨੀ ਟਸਲ ਹੈ ਕਿ ਜਿੰਨਾ ਪ੍ਰੋਮਿਸਸ ਨਾਲ, ਜਿਨ੍ਹਾਂ ਮਾਮਲਿਆਂ ਤੇ ਤੁਸੀਂ ਲੀਕ ਮਾਰ ਕੇ ਆਏ ਸੀ, ਕੇਜਰੀਵਾਲ ਸਾਹਿਬ ਖਾਸ ਤੌਰ ਤੇ ਬੇਅਦਬੀ ਦੇ ਉੱਤੇ, ਨਸ਼ਿਆਂ ਦੇ ਉੱਤੇ ਬੜੇ ਫਾਰਮਲੀ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਇਹ ਕਰ ਰਹੇ ਹਾਂ ਤਾਂ ਮੁਸ਼ਕਲ ਹੀ ਕੋਈ ਨਹੀਂ ਕਰਾਂਗੇ ਅਸੀਂ। ਭਾਸਕਰ ਸਾਹਿਬ, ਕੁੰਵਰ ਵਿਜੇ ਪ੍ਰਤਾਪ ਵਾਲਾ ਜਿਹੜਾ ਇਹ ਸਾਰਾ ਘਟਨਾਕ੍ਰਮ ਹੈ, ਇਹਨੂੰ ਅਸੀਂ ਕਿਵੇਂ ਦੇਖੀਏ? ਪਹਿਲਾਂ ਤਾਂ ਮੈਨੂੰ ਦੱਸਿਓ ਜ਼ਰਾ ਕਿ ਇੱਕ ਵਾਰੀ ਫਿਰ ਚੇਤਿਆਂ ਚ ਕਰਾ ਦਿਓ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਅਸਤੀਫਾ ਦੇਣ ਦੀ ਲੋੜ ਕਿਉਂ ਪੈ ਗਈ? ਸਵੇਰੇ ਸਵੇਰੇ ਤਾਂ ਮੈਨੂੰ ਭਾਸਕਰ ਸਾਹਿਬ ਨੌਕ ਕਰਦੇ ਆ ਵੀ ਕੁੰਵਰ ਜੀ ਨੇ ਆਪਣੀ ਐਮਐਲਏਸ਼ਿਪ ਤੋਂ ਅਸਤੀਫਾ ਦਿੱਤਾ। ਉਦੋਂ ਤੱਕ ਧੂੜ ਜਦੋਂ ਤੱਕ ਹੌਲੀ ਜਿਹੀ ਕਲੀਅਰ ਹੋਈ ਤੇ ਫਿਰ ਪਤਾ ਲੱਗਿਆ, ਫਿਰ ਭਾਸਕਰ ਸਾਹਿਬ ਕਹਿੰਦੇ ਨੇ ਅਸਤੀਫਾ ਨਹੀਂ, ਵਿਧਾਨ ਸਭਾ ਦੀ ਕਮੇਟੀ ਦੀ ਮੈਂਬਰੀ ਉਹਨਾਂ ਨੇ ਜਿਹੜੀ ਹੈਗੀ ਹੈ ਛੱਡੀ ਹੈ, ਚੇਅਰਮੈਨ ਛੱਡੀ। ਹੁਣ ਗੱਲ ਤੋਰੋ ਅੱਗੇ ਤਰ੍ਹਾਂ। ਰੰਧਾਵਾ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਜਦ ਇਹ ਖਬਰ ਨਸ਼ਰ ਹੋਈ, ਕਿਉਂਕਿ ਨਾਰਮਲੀ ਤੁਹਾਡੇ WhatsApp ਤੇ ਕਈ ਨਿਊਜ਼ ਅਲਰਟ ਆਉਂਦੇ ਨੇ, ਔਰ ਉਸ ਅਲਰਟ ਦੇ ਵਿੱਚ ਇਹੀ ਲਿਖਿਆ ਸੀ ਕੁੰਵਰ ਵਿਜੇ ਪ੍ਰਤਾਪ ਨੇ ਦਿਆ ਅਸਤੀਫਾ, ਔਰ ਉਹਦੇ ਥੱਲੇ ਜਿਹੜਾ ਬਲੂ ਲਿੰਕ ਹੈ ਉਹ ਖੁੱਲ ਨਹੀਂ ਰਿਹਾ ਸੀਗਾ। ਤਾਂ ਹੀ ਤਦ ਮੇਰੀ ਉਸ ਮੁੱਦੇ ਤੇ ਗੱਲ ਹੋਈ ਸੀ। ਹੁਣ ਜਦ ਇਹ ਅਸਤੀਫਾ ਦਿੱਤਾ ਗਿਆ ਔਰ ਜਦ ਬਾਅਦ ਚੋਂ ਇਹ ਖਬਰ ਆਈ ਕਿ ਉਹਨਾਂ ਨੇ ਵਿਧਾਨ ਸਭਾ ਦੀ ਸਬ ਕਮੇਟੀ ਯਾਨੀ ਸਰਕਾਰੀ ਭਰੋਸਾ ਜਿਹੜੀ ਕਮੇਟੀ ਸੀਗੀ, ਉਸ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫਾ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਭੇਜ ਦਿੱਤਾ ਹੈ। ਹੁਣ ਉਸ ਤੋਂ ਬਾਅਦ ਪਤਾ ਲੱਗਿਆ ਕਿ ਅਸਤੀਫਾ ਕਿਉਂ ਦਿੱਤਾ ਹੈ, ਕਿਉਂਕਿ ਉਹਨਾਂ ਨੇ ਕੁਝ ਇੱਕ ਮੀਟਿੰਗ ਬੁਲਾਈ ਸੀ, ਜਿਸ ਮੀਟਿੰਗ ਦੇ ਵਿੱਚ ਹੋਮ ਸੈਕਟਰੀ, ਡੀਜੀਪੀ ਤੇ ਚੀਫ ਸੈਕਟਰੀ ਨੂੰ ਸੱਦਿਆ ਸੀਗਾ, ਔਰ ਮੀਟਿੰਗ ਸੀਗੀ ਬੇਅਦਬੀਆਂ ਦੇ ਮੁੱਦੇ ਤੇ ਔਰ ਉਸ ਗੋਲੀकांड ਦੇ ਮੁੱਦੇ ਤੇ ਸਿੱਟ ਜਿਹੜੀ ਬਣੀਆਂ ਹੋਈਆਂ ਉਹਦੀ ਕਾਰਗੁਜ਼ਾਰੀ ਕਿੱਥੇ ਤੱਕ ਪਹੁੰਚੀ। ਹੁਣ ਇਸ ਗੱਲ ਤੋਂ ਬਾਅਦ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਅਫਸਰਾਂ ਨੇ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਸਾਹਮਣੇ ਜਾਣ ਤੋਂ ਇਨਕਾਰ ਕਰਤਾ। ਸਰਕਾਰ ਦੇ ਅੰਦਰ ਦਰਬਾਰੇ ਦੇ ਵਿੱਚ ਇਹ ਗੱਲ ਚੱਲੀ ਔਰ ਉਸ ਦਰਬਾਰ ਦੇ ਵਿੱਚ ਇਹ ਫੈਸਲਾ ਲਿੱਤਾ ਗਿਆ ਕਿ ਕੁਲਤਾਰ ਸਿੰਘ ਸੰਧਵਾ ਹੋਣਾ ਠੀਕ ਉਸੇ ਸਮੇਂ ਆਪਣੀ ਕੋਈ ਮੀਟਿੰਗ ਬੁਲਾ ਲੈਣ ਜਿਹਦੇ ਕਰਕੇ ਇਹਨਾਂ ਅਫਸਰਾਂ ਨੂੰ ਉੱਥੋਂ ਜਾਣ ਤੋਂ ਬਚਾਇਆ ਜਾ ਸਕੇ। ਗੱਲ ਤੇ ਉਸ ਭਰੋਸਾ ਕਮੇਟੀ ਦੀ ਸੀ, ਜਿਸ ਭਰੋਸਾ ਕਮੇਟੀ ਦੇ ਚੇਅਰਮੈਨ ਦੇ ਉੱਤੇ ਸਰਕਾਰ ਨੂੰ ਭਰੋਸਾ ਨਹੀਂ ਸੀ, ਕਿਉਂਕਿ ਜਦ ਉਹ ਬੇਅਦਬੀਆਂ ਦੀ ਜਾਂਚ ਕਰਨਗੇ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਉਸ ਸਿੱਟ ਦੇ ਬਾਰੇ ਚ ਇੱਥੇ ਤੱਕ ਵੀ ਕਹਿ ਚੁੱਕੇ ਨੇ ਕਿ ਸਿੱਟ ਦੇ ਜਿਹੜੇ ਹੈੱਡ ਨੇ LK ਯਾਦਵ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਦ ਪੁੱਛਗਿੱਛ ਵਾਸਤੇ ਬੁਲਾਇਆ ਸੀ ਤੇ ਚਾਹ ਪਕੌੜੇ ਖਿਲਾ ਕੇ ਭੇਜਤਾ ਸੀਗਾ। ਹੁਣ ਇਸ ਜਿਹੜੀ ਸਬ ਕਮੇਟੀ ਦੇ ਸਾਹਮਣੇ ਜਦ ਇਹ ਵੱਡੇ ਅਫਸਰ ਪੇਸ਼ ਹੁੰਦੇ ਤੇ ਇਹਨਾਂ ਨੂੰ ਇਹ ਸਾਰੀ ਰਿਪੋਰਟ ਵੀ ਨਸ਼ਰ ਕਰਨੀ ਸੀ। ਉਸ ਰਿਪੋਰਟ ਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਦਾ ਪਬਲਿਕ ਰਿਐਕਸ਼ਨ ਕੀ ਹੁੰਦਾ, ਅਸੈਂਬਲੀ ਦੇ ਵਿੱਚ ਰਿਐਕਸ਼ਨ ਕੀ ਹੁੰਦਾ, ਔਰ ਅੱਗੇ ਚੱਲ ਕੇ ਸਰਕਾਰ ਦੀ ਕਿੰਨੀ ਕੁ ਫਜ਼ੀਲਤ ਹੋ ਸਕਦੀ ਸੀ, ਉਹਨਾਂ ਸਾਰੀ ਗੱਲਾਂ ਤੋਂ ਬਚਣ ਵਾਸਤੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੀ ਉਹ ਬੁਲਾਈ ਗਈ ਮੀਟਿੰਗ ਸੀਗੀ। ਇਸ ਗੱਲ ਤੋਂ ਗੁੱਸੇ ਹੋ ਕੇ, ਇਸ ਗੱਲ ਤੋਂ ਨਾਰਾਜ਼ ਹੋ ਕੇ ਹੁਣ ਕੁੰਵਰ ਵਿਜੇ ਪ੍ਰਤਾਪ ਨੇ ਉਸ ਚੇਅਰਮੈਨ ਭਰੋਸਾ ਸਰਕਾਰੀ ਭਰੋਸਾ ਕਮੇਟੀ ਦੀ ਉਹ ਤੋਂ ਅਸਤੀਫਾ ਦੇ ਦਿੱਤਾ। ਹੁਣ ਸਰਕਾਰ ਇਸ ਅਸਤੀਫੇ ਨੂੰ ਮਨਜ਼ੂਰ ਕਰਦੀ ਹੈ ਜਾਂ ਨਹੀਂ ਮਨਜ਼ੂਰ ਕਰਦੀ, ਇਹ ਤੇ ਫੈਸਲਾ ਆਣਾ ਬਾਕੀ ਹੈ। ਪਰ ਇਹ ਜ਼ਰੂਰ ਹੈ ਕਿ ਇਹ ਗੱਲ ਇੱਥੇ ਨਹੀਂ ਰੁਕੇਗੀ, ਅੱਗੇ ਚੱਲ ਕੇ ਇਹ ਗੱਲ ਹੋਰ ਅੱਗੇ ਜਾਏਗੀ। ਔਰ ਕੁੰਵਰ ਵਿਜੇ ਪ੍ਰਤਾਪ ਜੇ ਕਈ ਵਾਰ ਉਹਨਾਂ ਨੇ
ਉਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਰਕਾਰ ਕਾਰਨਰ ਤੇ ਨਜ਼ਰ ਆਉਂਦੀ ਹੈ, ਉਹ ਪਬਲਿਕ ਦੇ ਵਿੱਚ ਵੀ ਬੋਲਦੇ ਨੇ, ਅਸੈਂਬਲੀ ਦੇ ਵਿੱਚ ਵੀ ਬੋਲਦੇ ਨੇ, ਔਰ ਉਹਨਾਂ ਦੀ ਗੱਲਾਂ ਨੂੰ ਬਹੁਤੀ ਤਵੱਜੋ ਨਾ ਤੇ ਉਹਨਾਂ ਦੀ ਸਰਕਾਰ ਦੇ ਰਹੀ ਹੈ, ਨਾ ਅਸੈਂਬਲੀ ਦੇ ਵਿੱਚ ਸਪੀਕਰ ਸਾਹਿਬ ਦੇ ਰਹੇ ਨੇ, ਕਿਉਂਕਿ 10 ਮਿੰਟ ਦਾ ਟਾਈਮ ਮੰਗਿਆ ਸੀ ਉਹਨਾਂ ਨੇ ਬੇਅਦਬੀ ਦੇ ਮੁੱਦੇ ਤੇ ਅਸੈਂਬਲੀ ਦੇ ਵਿੱਚ ਗੱਲ ਕਰਨ ਦਾ, ਅਗਲਿਆਂ ਨੇ ਟਾਈਮ ਹੀ ਨਹੀਂ ਦਿੱਤਾ। ਉਸ ਤੋਂ ਪਹਿਲੇ ਓਪੀ ਸੋਨੀ ਉਹਨਾਂ ਦੇ ਮਾਮਲੇ ਦੇ ਵਿੱਚ ਕੁਝ ਗੱਲਾਂ ਕੀਤੀ ਸੀ ਸਰਕਟ ਹਾਊਸ ਦੀ ਉਸ ਜ਼ਮੀਨ ਦੇ ਮਾਮਲੇ ਵਿੱਚ, ਔਰ ਹਰਪਾਲ ਸਿੰਘ ਚੀਮਾ ਹੋਣਾ ਸਰਕਾਰ ਦੇ ਤੌਰ ਤੇ ਖੜੇ ਹੋ ਕੇ ਕਿਹਾ ਸੀ ਵੀ ਅਸੀਂ ਇਨਕੁਆਇਰੀ ਕਰਾ ਲਈ ਹੈ। ਮੈਨੂੰ ਇਹ ਲੱਗਦਾ ਹੈ ਕਿ ਹੁਣ ਸਰਕਾਰ ਵਾਸਤੇ ਕੁੰਵਰ ਵਿਜੇ ਪ੍ਰਤਾਪ ਇੱਕ ਖਤਰਨਾਕ ਹੈ, ਉਹਨਾਂ ਨੂੰ ਡਰ ਜਿਹਾ ਲੱਗਣ ਲੱਗ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਉਹਨਾਂ ਦੀ ਕਾਰਗੁਜ਼ਾਰੀ ਜਾਂ ਵੱਖ-ਵੱਖ ਇਸ਼ੂਜ਼ ਦੇ ਉੱਤੇ ਜਿਹੜੀ ਨਾ ਕਾਰਗੁਜ਼ਾਰੀ ਹੈਗੀ ਹੈ ਉਹਨੂੰ ਕਿਤੇ ਉਜਾਗਰ ਨਾ ਕਰ ਦੇ। ਦਰਅਸਲ ਵਿਧਾਨ ਸਭਾ ਦੀ ਉਸ ਕਾਰਵਾਈ ਨੂੰ ਮੈਂ ਦੇਖ ਰਿਹਾ ਸੀਗਾ, ਹਰਪਾਲ ਸਿੰਘ ਚੀਮਾ ਨੇ ਕਿਹਾ ਸੀਗਾ ਕਿ ਜੇ ਮਾਣਯੋਗ ਵਿਧਾਇਕ ਸਾਹਿਬ ਕੋਲ ਕੋਈ ਦਸਤਾਵੇਜ਼ ਹੋਣ ਜਾਂ ਇਹਦੇ ਸੰਬੰਧੀ ਜਿਹੜੀ ਉਹ ਹੋਟਲ ਨਾਲ ਸੰਬੰਧਿਤ ਗੱਲ ਸੀ, ਸਰਕਟ ਹਾਊਸ ਨਾਲ ਸੰਬੰਧਿਤ ਸੀ, ਸਾਨੂੰ ਦੇਣ, ਅਸੀਂ ਜਾਂਚ ਕਰਾ ਲਾਂਗੇ। ਸਾਡੇ ਧਿਆਨ ਵਿੱਚ ਇਹ ਮਾਮਲਾ ਨਹੀਂਗਾ, ਜੇ ਉਹ ਸਾਨੂੰ ਕੋਈ ਦਸਤਾਵੇਜ਼ ਦੇ ਸਕਣ ਤੇ ਅਸੀਂ ਇਹਦੀ ਜਾਂਚ ਕਰਾ ਲਾਂਗੇ। ਉਂਝ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਦੋਂ ਇਹ ਕਿਹਾ ਸੀ ਕਿ ਬੇਅਦਬੀ ਮਾਮਲਿਆਂ ਤੇ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾ ਲਓ ਜਾਂ ਇਹਨੂੰ ਹੀ ਅੱਧਾ ਘੰਟਾ ਵਧਾ ਲਓ, ਮੈਨੂੰ ਥੋੜਾ ਸਮਾਂ ਦੇ ਦਿਓ, ਤੇ ਉਸ ਤੇ ਕਿਸੇ ਵੀ ਧਿਰ ਨੇ, ਨਾ ਵਿਰੋਧੀ ਧਿਰਾਂ ਨੇ ਨਾ ਸਰਕਾਰੀ ਧਿਰ ਨੇ, ਕਿਸੇ ਨੇ ਵੀ ਕੋਈ ਗੌਰ ਹੀ ਨਹੀਂ ਕੀਤਾ। ਸਰਦਾਰ ਹਰਮੀਤ ਸਿੰਘ ਜੀ, ਇੱਕ ਸਵਾਲ ਬਹੁਤ ਅਹਿਮ ਖੜਾ ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅਜੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹਦੇ ਸੰਬੰਧੀ ਕੁਝ ਵੀ ਨਹੀਂ ਕਿਹਾ ਆਪਣੇ ਸੁਭਾਅ ਅਨੁਸਾਰ। ਮੇਰਾ ਖਿਆਲ ਉਹ ਕਹਿਣਗੇ ਵੀ ਨਹੀਂ, ਉਹ ਮੰਨਣਗੇ ਨਹੀਂ ਕਿ ਮੈਂ ਨਾਰਾਜ਼ ਹਾਂ ਕਿਸੇ ਗੱਲ ਤੋਂ। ਪਰ ਇਹ ਸਵਾਲ ਤਾਂ ਵੱਡਾ ਹੈ ਕਿ ਉਹ ਜਦੋਂ ਵੀ ਬਹਿਬਲ ਕਲਾਂ 'ਚ, ਬਰਗਾੜੀ 'ਚ, ਜਿੱਥੇ ਵੀ ਜਾਂਦੇ ਨੇ, ਉਹ ਜਾ ਕੇ ਕਹਿੰਦੇ ਕਿ ਹੁਣ ਇਨਸਾਫ ਦੀ ਉਮੀਦ ਛੱਡ ਦਿਓ, ਮੈਨੂੰ ਨਹੀਂ ਲੱਗਦਾ ਇਨਸਾਫ ਮਿਲੇਗਾ। ਔਰ ਸ਼ਾਇਦ ਸਰਕਾਰ ਨੂੰ ਇਸ ਗੱਲ ਦਾ ਵੀ ਫਿਕਰ ਸੀ ਕਿ ਜੇ ਇਸ ਭਰੋਸਾ ਕਮੇਟੀ ਦੀ ਮੀਟਿੰਗ ਹੋ ਜਾਂਦੀ ਔਰ ਸੱਦੇ ਹੋਏ ਅਧਿਕਾਰੀ, ਪੁਲਿਸ ਅਫਸਰ ਜਾਂ ਸਿਵਲ ਦੇ ਅਧਿਕਾਰੀ ਜੇਕਰ ਉੱਥੇ ਸੱਦੇ ਜਾਂਦੇ ਤੇ ਕੁੰਵਰ ਵਿਜੇ ਪ੍ਰਤਾਪ ਆਪਣੀ ਕਮੇਟੀ ਦੇ ਨਜ਼ਰੀਓਂ ਸਵਾਲ ਜਵਾਬ ਬੜੇ ਤਿੱਖੇ ਕਰਦੇ ਔਰ ਉਹਨਾਂ ਕੋਲੋਂ ਉਹ ਦਸਤਾਵੇਜ਼, ਉਹ ਸਾਰੀ ਗੱਲਬਾਤ ਕਹਿਣ ਨੂੰ ਆ ਜਾਂਦੀ, ਤੇ ਅਗਲੇ ਕਿਸੇ ਵੀ ਮੋੜ ਦੇ ਉੱਤੇ ਕਿਸੇ ਵੀ ਦਿਨ ਕੁੰਵਰ ਵਿਜੇ ਪ੍ਰਤਾਪ ਇਹ ਸਾਰੀਆਂ ਗੱਲਾਂ ਪਬਲਿਕਲੀ ਕਰ ਸਕਦੇ ਸੀ, ਜਿੱਥੇ ਸਰਕਾਰ ਨੂੰ ਜਮਨੀ ਚੋਣ ਤੋਂ ਪਹਿਲਾਂ ਪਰੇਸ਼ਾਨੀ ਹੋ ਸਕਦੀ ਸੀ। ਇਹ ਸਰਕਾਰ ਦਾ ਇੱਕ ਪਹਿਲੂ ਹੋ ਸਕਦਾ ਸੀ ਕਿ ਉਸ ਗੱਲ ਨੂੰ ਹੀ ਰੋਕ ਲਓ ਜਿਹਦੇ ਤੋਂ ਬਾਅਦ ਸਾਡੇ ਲਈ ਸੰਕਟ ਖੜਾ ਹੋਣਾ। ਕੱਲ ਨੂੰ ਪਬਲਿਕਲੀ ਸਾਨੂੰ ਇਹਨਾਂ ਕਮੇਟੀਆਂ ਦੇ ਵਿੱਚ ਹੋਈ ਗੱਲਬਾਤ ਵੀ ਨਸ਼ਰ ਹੋ ਜੇ। ਉਹ ਸਾਰੇ ਡਰਾਂ ਤੋਂ ਬਾਅਦ ਮੈਨੂੰ ਲੱਗਦਾ ਇਹ ਕਾਹਲੀ ਦੇ ਵਿੱਚ ਲਿਆ ਗਿਆ ਸਾਰਾ ਮਾਮਲਾ ਹੈ। ਤੁਸੀਂ ਵੈਸੇ ਹਰਮੀਤ ਸਿੰਘ ਜੀ ਨੂੰ ਕਿਵੇਂ ਸਮਝਿਆ? ਇਹ ਸਾਰੀ ਗੱਲ ਤੋਂ ਬਚਿਆ ਜਾ ਸਕਦਾ ਸੀ? ਇਹ ਮੀਟਿੰਗ ਹੋਣ ਦਿੱਤੀ ਜਾਂਦੀ, ਕੋਈ ਫਰਕ ਨਹੀਂ ਸੀ ਪੈਣਾ? ਜਾਂ ਸਰਕਾਰ ਨੂੰ ਲੱਗਦਾ ਸੀ ਕਿ ਅਸੀਂ ਐਕਸਪੋਜ਼ ਨਾ ਹੋ ਜਾਈਏ, ਜਾਂ ਕੁਝ ਦੱਸਣ ਲਈ ਹੈ ਨਹੀਂ ਸੀ ਇਸ ਕਰਕੇ ਮੀਟਿੰਗ ਹੀ ਕਾਂ ਕਰਤੀ ਗਈ ਕਿ ਜਾ ਕੇ ਦੱਸਾਂਗੇ? ਕੀ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਸਮਝਿਆ? ਵੈਸੇ ਤਾਂ ਮੈਂ ਇਦੋਂ ਵੀ ਇੱਕ ਅਲੱਗ ਤਰ੍ਹਾਂ ਦੀ ਗੱਲ ਕਰ ਰਿਹਾ ਕਿ ਜੇ ਮੀਟਿੰਗ ਹੋ ਜਾਂਦੀ, ਨੁਕਸਾਨ ਹੁੰਦਾ, ਫਾਇਦਾ ਹੁੰਦਾ, ਇਹ ਵੀ ਛੱਡ ਦਿਓ। ਤੁਸੀਂ ਵਿਧਾਨ ਪਾਲਿਕਾ ਦੇ ਕੰਮ 'ਚ ਥਰੂ ਐਗਜੈਕਟਿਵ ਐਡਾ ਦਖਲ ਦੇਣਾ ਸ਼ੁਰੂ ਕਰਤਾ ਕਿ ਜਿਹੜੀਆਂ ਵਿਧਾਨ ਪਾਲਿਕਾ ਦੀਆਂ ਕਮੇਟੀਆਂ ਦਾ ਕੰਮ ਸੀ ਉਹਨੂੰ ਵੀ ਇਹਦਾ ਮਤਲਬ ਇੰਡੀਪੈਂਡੈਂਟ ਕਰਨ ਦੀ ਇਜਾਜ਼ਤ ਨਹੀਂ ਹੈ। ਇਦੋਂ ਪਹਿਲਾਂ ਤੋਂ ਹੀ ਇਹ ਚੱਲਦਾ। ਔਰ ਇਹ ਕਮੇਟੀਆਂ ਬਹੁਤ ਮਹੱਤਵਪੂਰਨ ਹੁੰਦੀਆਂ ਨੇ। ਪਬਲਿਕ ਅਕਾਊਂਟਸ ਕਮੇਟੀ, ਲੋਕ ਲੇਖਾ ਕਮੇਟੀ ਜਿਹਨੂੰ ਕਿਹਾ ਜਾਂਦਾ, ਜਿਹਦੇ 'ਚ ਆਪੋਜੀਸ਼ਨ ਦਾ ਬੰਦਾ ਚੇਅਰਮੈਨ ਹੁੰਦਾ ਨਾਰਮਲੀ, ਤਾਂ ਕਿ ਸਰਕਾਰ ਤੇ ਚੈੱਕ ਰਹੇ ਔਰ ਉਹ ਡਾਟਾ ਇੱਧਰ ਉੱਧਰ ਨਾ ਹੋਵੇ। ਮਤਲਬ ਚੈੱਕ ਐਂਡ ਬੈਲੈਂਸ ਦਾ ਸਵਾਲ ਹੈ। ਜਿਵੇਂ ਪਾਰਲੀਮੈਂਟ ਦੇ ਵਿੱਚ ਪਿਛਲੇ ਦਿਨਾਂ 'ਚ 3-4 ਕਮੇਟੀਆਂ ਬਦਲਤੀਆਂ ਸੀ, ਉਹਦੇ ਚੇਅਰਮੈਨ ਬਦਲਤੇ ਸੀ, ਮੈਂਬਰ ਬਦਲਤੇ ਸੀ, ਉਦੋਂ ਰੌਲਾ ਪਿਆ ਸੀ ਕਿ ਅਸਲ ਦੇ ਵਿੱਚ ਉੱਥੇ ਵੀ ਪਾਰਲੀਮੈਂਟ ਦੇ ਵਿੱਚ ਵੀ ਹੁਣ ਜਿਹੜੀਆਂ ਉਹ ਕਮੇਟੀਆਂ ਠੋਕ ਕੇ ਰਿਪੋਰਟ ਦਿੰਦੀਆਂ ਨੇ, ਕਿਉਂਕਿ ਇਹਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੁੰਦੇ ਨੇ ਜਿਹੜੀਆਂ ਕਮੇਟੀਆਂ ਹੁੰਦੀਆਂ ਨੇ। ਐਕਚੁਅਲੀ ਜੇਕਰ ਰੀਅਲ ਸੈਂਸ 'ਚ ਜਿਹੜੀ ਡੈਮੋਕ੍ਰੇਸੀ ਦਾ ਮਤਲਬ ਸਮਝਿਆ ਜਾਵੇ, ਪਾਰਲੀਮੈਂਟਰੀ ਡੈਮੋਕ੍ਰੇਸੀ ਦਾ, ਤਾਂ ਇਹਨਾਂ ਕਮੇਟੀਆਂ ਦੇ ਰਾਹੀਂ, ਅਸੈਂਬਲੀ ਔਰ ਪਾਰਲੀਮੈਂਟ ਦੀਆਂ ਕਮੇਟੀਆਂ ਰਾਹੀਂ ਕਾਨੂੰਨ ਬਣਾਉਣਾ, ਜਵਾਬਦੇਹੀ ਤਲਬ ਕਰਨਾ ਐਗਜੈਕਟਿਵ ਦੀ, ਸਭ ਤੋਂ ਮਹੱਤਵਪੂਰਨ ਕੰਮ ਐਕਚੁਅਲੀ ਕਮੇਟੀਆਂ ਰਾਹੀਂ ਹੁੰਦੇ ਰਹੇ ਨੇ। ਔਰ ਹੁਣ ਹੌਲੀ ਹੌਲੀ ਉਹ ਕਮੇਟੀਆਂ ਨੂੰ ਨਾਰਮਲ ਬਣਾ ਦਿਓ ਸਪੀਕਰ ਦੇ ਰਹਿਮੋ ਕਰਮ ਤੇ ਜਾਂ ਐਗਜੈਕਟਿਵ ਦੇ ਰਹਿਮੋ ਕਰਮ ਤੇ, ਤਾਂ ਤੁਸੀਂ ਵਿਧਾਨ ਪਾਲਿਕਾ ਦਾ ਦਾਇਰਾ ਐਡਾ ਛੋਟਾ ਕਰ ਰਹੇ ਹੋ, ਚੈੱਕ ਐਂਡ ਬੈਲੈਂਸ ਖਤਮ ਕਰ ਦਿਓ ਡੈਮੋਕ੍ਰੇਸੀ ਦੇ ਵਿੱਚ ਰਲ ਮਿਲ ਕੇ। ਜਿਹੜੀ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ ਉਹ ਤੋਂ ਇਹ ਉਮੀਦ ਨਹੀਂ ਹੈ, ਬਾਕੀ ਦੇ ਤਾਂ ਉਧਰ ਨੂੰ ਤਰੀਕਾ ਰੱਖਿਆ ਹੀ ਹੋਇਆ ਸੀ। ਔਰ ਆਪੋਜੀਸ਼ਨ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਲਿਆਓ, ਅਮਰਿੰਦਰ ਸਿੰਘ ਨੂੰ ਅਰੈਸਟ ਕਰਨ ਦਾ ਮਤਾ ਪਾ ਦਿਓ, ਪਹਿਲਾਂ ਇੱਕ ਵਾਰ ਪਾਇਆ ਸੀ, ਉਦੋਂ ਹੀ ਮੈਜੋਰਟੀ ਦੇ ਆਸਰੇ ਹਰੇਕ। ਹੁਣ ਤੁਸੀਂ ਵਰਤਣ ਲੱਗ ਗਏ। ਮਤਲਬ ਹੁਣ ਵੀ ਜਿਹੜੀ ਸਪੀਕਰ ਨੇ ਕਮੇਟੀ ਦੀਆਂ ਸਾਰੀਆਂ ਦੀ ਮੀਟਿੰਗ ਬਣਾਈ ਹੈ, ਸਾਰੀਆਂ ਕਮੇਟੀਆਂ ਦੇ ਚੇਅਰਮੈਨਾਂ ਨੂੰ ਸੱਦ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪਹਿਲਾਂ ਰਿਪੋਰਟ ਦੇਣ ਤੋਂ ਪਹਿਲਾਂ ਥੋੜਾ ਜਿਹਾ ਸਰਕਾਰ ਨਾਲ ਸਲਾਹ ਕਰ ਲਿਆ ਕਰੋ, ਤਾਂ ਕਿ ਓਡੀ ਜ਼ਿਆਦਾ ਇਹ ਨਾ ਹੋਵੇ ਗੱਲ ਕਿ ਬਹੁਤ ਜ਼ਿਆਦਾ ਸਰਕਾਰ ਇਹੋ ਜਿਹੇ ਮਾਮਲੇ 'ਚ ਫਸ ਜੇ ਕਿ ਨਿਕਲਿਆ ਨਾ ਜਾਏ। ਇਹ ਕੀ ਮੰਨ ਹੈ ਫਿਰ? ਮਤਲਬ ਅਸੈਂਬਲੀ ਦਾ ਕੀ ਬਚਿਆ? ਮੈਨੂੰ ਲੱਗਦਾ ਸੀ ਕੁਲਤਾਰ ਸਿੰਘ ਸੰਧਵਾ ਨੂੰ ਇੱਥੇ ਸਟੈਂਡ ਲੈਣਾ ਚਾਹੀਦਾ ਸੀ ਕਿ ਉਹ ਇੱਕ ਕਮੇਟੀ ਹੈ ਜੀ, ਮੈਂ ਫਾਰਮ ਕਰ ਚੁੱਕਿਆ,
ਤੇ ਇਹਦੇ ਚ ਮੈਂ ਉਸ ਲੈਵਲ ਤੇ ਨਹੀਂ। ਔਰ ਇਹਦੇ ਨਾਲ ਦੀ ਨਾਲ ਕੁੰਵਰ ਵਿਜੇ ਪ੍ਰਤਾਪ ਦੀ ਵੀ ਇਹ ਗਲਤੀ ਹੈ ਕਿ ਗੁੱਸੇ ਚ ਆ ਕੇ ਤੁਸੀਂ ਅਸਤੀਫਾ ਦੇਤਾ, ਫਿਰ ਸੱਦ ਲਓ ਮੀਟਿੰਗ 4 ਦਿਨ ਬਾਅਦ। ਜੇ ਤੁਸੀਂ ਰੀਅਲੀ ਕੰਮ ਕਰਨਾ ਚਾਹੁੰਦੇ ਹੋ, ਰੀਅਲ ਸੈਂਸ ਦੇ ਵਿੱਚ ਇਹ ਚਾਹੁੰਦੇ ਹੋ ਕਿ ਮੈਂ ਇਸ ਮੁੱਦੇ ਨੂੰ ਸਿਰੇ ਲਾਉਣਾ ਹੈ, ਤਾਂ ਨਾਰਾਜ਼ਗੀ ਤਾਂ ਤੁਹਾਡੇ ਉਹਨਾਂ ਦਾ ਤਾਂ ਕੰਮ ਬਣ ਗਿਆ। ਜਿਹੜੇ ਬੰਦੇ ਕਹਿਣਾ ਚਾਹੁੰਦੇ ਨੇ ਕਿ ਜੀ ਇਹਨੂੰ ਪਰੇ ਹਟਾਓ ਇਸ ਮਾਮਲੇ 'ਚ, ਤੁਸੀਂ ਚੇਅਰਮੈਨ ਬਣੇ ਹੋਏ ਹੋ, ਮਾਰਚ ਤੱਕ ਤੁਹਾਡੇ ਕੋਲ ਟਾਈਮ ਹੈ, ਤੁਸੀਂ ਵਿਧਾਨ ਸਭਾ 'ਚੋਂ ਰਿਪੋਰਟ ਪੇਸ਼ ਕਰਨੀ ਸੀ, ਜੋ ਕੁਝ ਨਾ ਦਿੰਦੇ, ਚਾਹੇ ਡੀਜੀਪੀ, ਚੀਫ ਸੈਕਟਰੀ ਤੇ ਬਾਕੀ ਜਿਹੜੇ ਹੋਮ ਸੈਕਟਰੀ, ਉੱਥੇ ਜਾ ਕੇ ਜੋ ਵੀ ਕਹਿੰਦੇ ਔਰ ਬਕਾਇਦਾ ਉਹ ਰਿਪੋਰਟਾਂ 'ਚ ਸਵਾਲ ਜਵਾਬ ਲਿਖਦੇ ਨੇ ਕਿ ਇਹਨਾਂ ਨੂੰ ਆਹ ਪੁੱਛਿਆ ਗਿਆ, ਉਹਨਾਂ ਦਾ ਆਹ ਜਵਾਬ ਸੀ, ਆਹ ਪੁੱਛਿਆ ਗਿਆ, ਆਹ ਜਵਾਬ ਸੀ, ਜਿੰਨੀਆਂ ਰਿਪੋਰਟਾਂ ਵਿਧਾਨ ਸਭਾ ਦੇ ਪੇਸ਼ ਹੁੰਦੀਆਂ ਨੇ। ਔਰ ਉਹ ਰਿਪੋਰਟ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਵਾਂਗ ਸਰਕਾਰ ਦੇ ਗਲ ਦੀ ਹੱਡੀ ਬਣ ਜਾਂਦੀ, ਸੰਗੀ ਬਾਰ-ਬਾਰ ਆਉਂਦੀ ਸਾਹਮਣੇ ਕਿ ਉੱਥੇ ਦਸਤਾਵੇਜ਼ ਆਹ ਨੇ, ਤੁਹਾਡੀ ਵਿਧਾਨ ਸਭਾ ਨੇ ਆ ਕਿਹਾ। ਜਿਵੇਂ ਜੀਰੇ ਫੈਕਟਰੀ ਦੇ ਪਿੱਛੇ ਸਰਕਾਰ ਕਦੋਂ ਹਟੀ ਹੈ, ਜਦੋਂ 2010 ਵਾਲੀ ਰਿਪੋਰਟ ਆ ਗਈ ਕਿ ਆਹ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਹੈ, ਦੇਖੋ ਇਹ ਡਿਸਟਿਲਰੀਆਂ ਆਹ ਚੀਜ਼ਾਂ ਕਰਦੀਆਂ ਨੇ, ਤੁਹਾਡੇ ਸਾਹਮਣੇ ਹੈ, ਤੁਸੀਂ ਵਿਧਾਨ ਸਭਾ 'ਚ ਦੱਬੀ ਪਈ ਆ, ਉਹਨਾਂ ਨੇ ਆਲਰੇਡੀ ਕਹਿਤਾ ਹੈ। ਇਹ ਇਸ ਲਈ ਪਾਵਰਫੁਲ ਰਿਪੋਰਟਾਂ ਬਣ ਜਾਂਦੀਆਂ ਨੇ। ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਬਾਈਬਲ ਇੱਕ ਬਹੁਤ ਇਹੋ ਜਿਹਾ ਮਾਮਲਾ ਹੈ ਜਿਹੜਾ ਨਾਸੂਰ ਦੀ ਤਰ੍ਹਾਂ ਹਰ ਸਰਕਾਰ ਨੇ ਉਹ ਤੋਂ ਪੋਲਿਟਿਕਸ ਕੀਤੀ ਹੈ, ਹਰ ਪਾਰਟੀ ਨੇ ਉਹਦੇ ਤੇ ਸਿਆਸਤ ਕੀਤੀ ਹੈ, ਇਨਸਾਫ ਕਿਤੇ ਨਹੀਂ। ਕੁੰਵਰ ਵਿਜੇ ਪ੍ਰਤਾਪ ਜੀ ਉੱਥੇ ਸਟੇਜ ਤੇ ਕਹੇ ਬਾਈਬਲ ਜਿਹੜੀ ਸੈਕਟਰੀ, ਜਿੱਥੇ ਸਪੀਕਰ ਸਾਹਿਬ ਖੁਦ ਵੀ ਸੀਗੇ, ਜਿੱਥੇ ਉਹ ਕਹੇ ਕਿਸੇ ਪਾਰਟੀ ਤੋਂ ਕਿਸੇ ਤੋਂ ਉਮੀਦ ਨਹੀਂ ਹੈ, ਤਾਂ ਇੱਕ ਐਫਰਟ ਸੀਗਾ। ਔਰ ਜਿਵੇਂ ਇਸ ਐਫਰਟ ਨੂੰ ਵੀ ਮੈਨੂੰ ਲੱਗਦਾ ਕੁੰਵਰ ਵਿਜੇ ਪ੍ਰਤਾਪ ਵੀ ਜਾਣੇ ਤਰੀਕੇ ਨਾਲ ਖੁੱਝ ਗਏ ਨੇ ਇਸ ਮਾਮਲੇ ਤੋਂ। ਔਰ ਜੇ ਸਪੀਕਰ ਨੇ ਬੁਲਾ ਵੀ ਲੈਂਦੇ, 3 ਵਾਰ ਥੋੜੀ ਸਪੀਕਰ ਬਰਾਬਰ ਦੀ ਮੀਟਿੰਗ ਬੁਲਾ ਲੈਂਦੇ ਤਾਂ ਕਰਕੇ ਉਹਨੂੰ ਟਰਾਈ ਕਰਦੇ ਆਪਣੇ ਆਪ। ਉਹ ਕਹਿੰਦੇ ਨੇ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤਜਰਬੇਕਾਰ ਹਾਂ, ਤਾਂ ਤਜਰਬੇ ਦਾ ਇਸਤੇਮਾਲ ਕਰਦੇ, ਵਰਤੋਂ ਕਰਦੇ ਆਪਣੀ ਅੰਜਾਮ ਤੱਕ ਲਿਜਾਣ ਦੇ ਵਾਸਤੇ। ਔਰ ਹੁਣ ਇਹ ਹੋ ਜਾਊਗਾ ਕਿ ਉਹਨਾਂ ਤਾਂ ਚੰਗਾ ਕੰਮ ਕਰਨਾ ਚਾਹਿਆ ਸੀ ਜੀ, ਉਹਨਾਂ ਨੇ ਨਹੀਂ ਕਰਨ ਦਿੱਤਾ। ਚਾਹੇ ਨਾਲ ਇਕੱਲੇ ਨਾਲ ਗੱਲ ਨਹੀਂ ਬਣਦੀ, ਚਾਹਣ ਤੋਂ ਅੱਗੇ ਜਾਣ ਦਾ ਸਵਾਲ ਵੀ ਜਿਹੜਾ ਇੱਕ ਤੁਹਾਨੂੰ ਅਡਾਪਟ ਕਰਨਾ ਪੈਂਦਾ, ਜੇ ਸਕੋਪ ਹੋਵੇ ਤਾਂ, ਜੇ ਆਪਸ਼ਨ ਹੋਵੇ। ਮੈਨੂੰ ਲੱਗਦਾ ਇਹ 'ਚ ਆਪਸ਼ਨ ਸੀਗੀ ਇਹ ਤੋਂ ਬਾਅਦ। ਔਰ ਜੇ ਚੇਅਰਮੈਨੀ ਤੋਂ ਸਪੀਕਰ ਸਾਹਿਬ ਵੈਸੇ ਲਾ ਦਿੰਦੇ ਉਹਨੂੰ, ਆਪਣੇ ਆਪ ਕਹਿੰਦੇ ਮੈਂ ਲਾਤਾ, ਫਿਰ ਹੋਰ ਵੀ ਜ਼ਿਆਦਾ ਸਰਕਾਰ ਦੀ ਬਦਨਾਮੀ ਹੋਣੀ ਸੀ। ਔਰ ਪਰ ਇਹ ਮਾਮਲਾ ਬੜਾ ਕਰੂਸ਼ਲ ਸੀ। ਪਹਿਲੀ ਗੱਲ ਤਾਂ ਚੀਫ ਸੈਕਟਰੀ ਹੋਣ ਜਾਂ ਜਿਹੜੇ ਮਰਜ਼ੀ ਅਧਿਕਾਰੀ ਵਿਧਾਨ ਸਭਾ ਦੇ ਸਾਹਮਣੇ, ਵਿਧਾਨ ਸਭਾ ਦੀਆਂ ਕਮੇਟੀਆਂ ਸਾਹਮਣੇ ਜਾਣ ਤੋਂ ਟਲਦੇ ਕਿਉਂ ਨੇ? ਉਹ ਜਵਾਬਦੇਹੀ ਹੈ ਕਾਰਜਪਾਲਿਕਾ ਦੀ। ਜੇ ਉਹ ਟਲਣ, ਸਰਕਾਰ ਉਹਨਾਂ ਦੇ ਨਾਲ ਖੜੀ ਹੋ ਜੇ, ਸਪੀਕਰ ਵੀ ਨਾਲ ਕਿਸੇ ਰੂਪ 'ਚ ਖੜੇ ਹੋ ਜਾਣ, ਤਾਂ ਫਿਰ ਕਿਹੜੀ ਵਿਧਾਨ ਸਭਾ ਤੇ ਕਿਹੜੀ ਵਿਧਾਨ ਪਾਲਿਕਾ ਤੇ ਫਿਰ ਜੁਡੀਸ਼ਰੀ ਨੂੰ ਕਹੋ, ਵਿਧਾਨ ਪਾਲਿਕਾ ਨੂੰ ਕਹੋ, ਤਾਂ ਇਹ ਲੋਕਤੰਤਰ ਦਾ ਬਹੁਤ ਜ਼ਿਆਦਾ ਨਰਾਦਰ ਹੈ ਇੱਕ ਟਾਈਪ ਦਾ, ਮੈਨੂੰ ਲੱਗਦਾ। ਤੁਸੀਂ ਠੀਕ ਕਹਿ ਰਹੇ ਹੋ। ਮੈਂ ਕੁੰਵਰ ਵਿਜੇ ਪ੍ਰਤਾਪ ਨੂੰ ਥੋੜਾ ਜਿਹਾ ਪਿਛਾਂਹ ਝਾਕ ਕੇ ਦੇਖਦਾ ਹੈ, ਤੇ ਜਦੋਂ ਹਾਈ ਕੋਰਟ ਦੇ ਵਿੱਚੋਂ ਉਹਨਾਂ ਦੁਆਰਾ ਪੇਸ਼ ਕੀਤੀ ਗਈ, ਜਿਹਦਾ ਇੱਕ ਹਿੱਸਾ ਰਹਿੰਦਾ ਸੀ, ਜਿਹੜੇ ਉਹਨਾਂ ਨੇ ਚਲਾਨ ਪੇਸ਼ ਕੀਤੇ ਸੀ, ਚਾਰਜਸ਼ੀਟ, ਜਦੋਂ ਰੱਦ ਕਰਤੀ ਗਈ ਸੀ, ਪੂਰੀ ਤਰ੍ਹਾਂ ਉਹਨਾਂ ਵੱਲੋਂ ਬਣਾਈ ਗਈ ਰਿਪੋਰਟ ਰੱਦ ਕਰਤੀ ਗਈ ਸੀ, ਤੇ ਕਹਿਤਾ ਗਿਆ ਸੀ ਕਿ ਇਹਨਾਂ ਨੂੰ ਹੁਣ ਕਿਸੇ ਵੀ SIT ਦਾ ਹਿੱਸਾ ਨਾ ਬਣਾਇਆ ਜਾਵੇ। ਬਿਲਕੁਲ ਸਰਕਾਰ ਦੇ ਅੰਦਰੋਂ ਭਰੋਸੇਯੋਗ ਸੂਤਰਾਂ ਰਾਹੀਂ ਮੇਰੇ ਕੋਲੇ ਇਨਫੋਰਮੇਸ਼ਨ ਸੀ, ਔਰ ਮੈਂ ਕੁੰਵਰ ਵਿਜੇ ਪ੍ਰਤਾਪ ਜੀ ਨਾਲ ਇਹ ਸਾਂਝੀ ਵੀ ਕੀਤੀ ਸੀਗੀ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਕੁੰਵਰ ਵਿਜੇ ਪ੍ਰਤਾਪ ਦੇ ਨੌਕਰੀ ਛੱਡਣ ਦੇ ਖਿਲਾਫ ਸੀ। ਉਹਨਾਂ 2 ਵਾਰੀ ਬੁਲਾਇਆ ਵੀ ਇਹਨਾਂ ਨੂੰ। ਉਹਨਾਂ ਨੇ ਨਿੱਜੀ ਤੌਰ ਤੇ ਕਿਹਾ ਸੀਗਾ ਕਿ ਤੁਹਾਡੀਆਂ ਸੇਵਾਵਾਂ ਦੀ ਸਰਕਾਰ ਨੂੰ ਜ਼ਰੂਰਤ ਹੈ, ਤੇ ਜੇ ਮੈਂ ਗਲਤ ਨਹੀਂ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਤੁਸੀਂ SIT ਜਿਹੜੀ ਨਸ਼ਿਆਂ ਦੇ ਖਿਲਾਫ ਸੀ, ਜਿਹਦੇ ਵਿੱਚ ਪਹਿਲਾਂ ਹਰਪ੍ਰੀਤ ਸਿੰਘ ਸਿੱਧੂ ਦੀ ਸਪੈਸ਼ਲ ਡਿਊਟੀ ਲਾਈ ਗਈ ਸੀ, SIT ਨਹੀਂ, ਮੇਰਾ ਖਿਆਲ ਉਹ ਇੱਕ ਸਪੈਸ਼ਲ ਟਾਸਕ ਫੋਰਸ ਸੀਗੀ, ਉਹਦੇ ਲਈ ਕਿਹਾ ਗਿਆ ਸੀਗਾ ਕਿ ਤੁਸੀਂ ਉਹਨੂੰ ਹੈਡ ਕਰੋ, ਤੁਹਾਡਾ ਰੁਤਬਾ ਵੀ ਵਧਾਇਆ ਜਾਊਗਾ। ਉਦੋਂ ਵੀ ਕੁੰਵਰ ਵਿਜੇ ਪ੍ਰਤਾਪ ਜੇ ਚਾਹੁੰਦੇ ਤੇ ਉਹ ਪੰਜਾਬ ਦੀ ਸੇਵਾ ਉਸ ਤਰੀਕੇ ਨਾਲ ਵੀ ਕਰ ਸਕਦੇ ਸੀ 2-4 ਸਾਲ, ਕਿਉਂਕਿ ਇਸ ਫੋਰਸ ਵਿੱਚ ਵੀ ਤਾਂ ਬਹੁਤ ਕਮਿਟਡ ਲੋਕ, ਇਮਾਨਦਾਰ ਲੋਕ ਚਾਹੀਦੇ ਨੇ। ਹਾਲਾਂਕਿ ਅਸੀਂ ਕਿਸੇ ਨੂੰ ਸਰਟੀਫਿਕੇਟ ਨਹੀਂ ਦੇਣ ਲਈ ਬੈਠੇ ਇੱਥੇ ਕਿ ਕੌਣ ਇਮਾਨਦਾਰ ਹੈ ਕੌਣ ਨਹੀਂ ਇਮਾਨਦਾਰ। ਸਵਾਲ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿਆਸਤ ਵਿੱਚ ਆ ਕੇ ਕਿਹੜੀ ਕੋਈ ਬਹੁਤ ਵੱਡੀ ਤਬਦੀਲੀ ਕਰਨ ਦੇ ਸਮਰੱਥ ਹੋ ਸਕੇ, ਜਿਵੇਂ ਕਿ ਉਹ ਸੋਚ ਕੇ ਆਏ ਹੋਣਗੇ। ਜਿਹੜੀ ਹੱਥਲੀ ਜ਼ਿੰਮੇਵਾਰੀ ਆ ਉਹਦੇ ਨਾਲ ਤੁਸੀਂ ਬਹੁਤ ਬਿਹਤਰ ਅੱਗੇ ਵੱਧ ਸਕਦੇ ਹੋ। ਮੈਂ ਆਖਰ ਦੇ ਵਿੱਚ ਜਿਹੜਾ ਇਹ ਸਵਾਲ, ਜਦੋਂ ਅਸੀਂ ਲਖੀਮਪੁਰ ਖੀਰੀ ਵੱਲ ਵੱਧਦੇ ਆ, ਨਜ਼ਰ ਵੀ ਮਾਰਦੇ ਆ, ਤੇ ਉਹ ਮੰਜ਼ਰ ਬੜਾ ਤਕਲੀਫ ਦੇ ਆ, ਤੇ ਜੇ ਉਹਦੇ ਸੰਬੰਧੀ ਕੋਈ ਪ੍ਰਕਿਰਿਆ ਹੋਵੇ ਉਹ ਜ਼ਰੂਰ ਜਾਣਕਾਰੀ ਅੱਗੇ ਵਧਾਉਣ। ਭਾਸਕਰ ਸਾਹਿਬ ਜ਼ਰੂਰ ਦੱਸਿਓ ਕਿ ਅੱਜ ਆਸ਼ੀਸ਼ ਮਿਸ਼ਰਾ ਜਿਹੜੇ ਜ਼ਿੰਮੇਵਾਰ ਨੇ ਉਸ ਕਤਲੇਆਮ ਦੇ, ਜਿਹਦੇ ਬਾਰੇ ਗੱਲ ਕਰਦਿਆਂ ਵੀ ਬੜੀ ਘਿਰਣਾ ਹੋਣ ਲੱਗ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਉਹ ਕਤਲ ਹੋਏ, ਉਹ ਦੱਸਿਓ ਜ਼ਰਾ। ਜ਼ਮਾਨਤ ਸ਼ਰਤਾਂ ਨਾਲ ਮਿਲੀ ਹੈ ਜੀ? ਬਿਲਕੁਲ ਸ਼ਰਤਾਂ ਨਾਲ ਜ਼ਮਾਨਤ ਮਿਲੀ ਹੈ, ਔਰ ਇਹ ਜ਼ਮਾਨਤ 90 ਦਿਨ ਦੀ ਹੈਗੀ ਹੈ।
ਹਾਲਾਂਕਿ ਇਸ ਜ਼ਮਾਨਤ ਨੂੰ ਮਿਲਣ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੋਈ ਸੀ। ਤੁਹਾਨੂੰ ਯਾਦ ਹੋਏਗਾ ਹਾਈ ਕੋਰਟ ਦੇ ਵਿੱਚ ਇਹ ਕੇਸ ਲੱਗਿਆ ਹੋਇਆ ਸੀ। ਉੱਥੇ ਜਦ ਜ਼ਮਾਨਤ ਦੀ ਗੱਲ ਚੱਲੀ ਸੀ ਤੇ ਸੁਪਰੀਮ ਕੋਰਟ ਨੇ ਇੰਟਰਵੀਨ ਕਰਕੇ ਉਸ ਜ਼ਮਾਨਤ ਦੇ ਉੱਤੇ ਕੁਝ ਆਬਜੈਕਸ਼ਨ ਲਾਏ ਸੀ। ਹੁਣ ਜ਼ਮਾਨਤ ਮਿਲ ਚੁੱਕੀ ਹੈ, ਸ਼ਰਤਾਂ ਲਾ ਚੁੱਕੇ ਨੇ, ਔਰ ਉਸ ਤੋਂ ਬਾਅਦ ਹੁਣ ਟੈਣੀ ਉਹਨਾਂ ਦੇ ਕੇਸ ਦੇ ਉੱਤੇ ਅਗਲਾ ਰੁਖ ਚਾਹੇ, ਕਿਉਂਕਿ ਇਹ ਗ੍ਰਹਿ ਮੰਤਰੀ ਜਿਹੜੇ ਹੈਗੇ ਨੇ ਯਾਨੀ ਮਿਨਿਸਟਰ ਆਫ ਸਟੇਟ ਫॉर ਹੋਮ, ਉਹਨਾਂ ਦੇ ਬੇਟੇ ਹੈਗੇ ਨੇ, ਔਰ ਇਹਨਾਂ ਦੇ ਮੁੱਦੇ ਨੂੰ ਕਿਸਾਨਾਂ ਨੇ ਕਾਫੀ ਜ਼ੋਰ ਸ਼ੋਰ ਨਾਲ ਸੜਕਾਂ ਤੋਂ ਲੈ ਕੇ ਅਦਾਲਤਾਂ ਦੇ ਵਿੱਚ ਚੁੱਕਿਆ ਸੀਗਾ। ਹੁਣ ਕਿਉਂਕਿ ਫੈਸਲਾ ਸੁਪਰੀਮ ਕੋਰਟ ਦਾ ਹੈ, ਇਸ ਮੁੱਦੇ ਦੇ ਉੱਤੇ ਅੱਗੇ ਕਿਸ ਤਰੀਕੇ ਦੀ ਵਕਾਲਤ ਹੁੰਦੀ ਹੈ ਔਰ ਰਾਜਨੀਤੀ ਹੁੰਦੀ ਹੈ ਔਰ ਵਿਦਰੋਹ ਹੁੰਦਾ ਹੈ, ਇਹਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ। ਸਰਦਾਰ ਹਰਮੀਤ ਸਿੰਘ ਜੀ, ਕੋਰਟ ਨੇ ਇਹਨਾਂ ਮਾਮਲਿਆਂ ਨੂੰ ਕਿਵੇਂ ਐਡਰੈਸ ਕੀਤਾ? ਅੱਜ ਸਥਿਤੀ ਕੀ ਆ? ਤੁਸੀਂ ਤਾਂ ਨਹੀਂ ਜਲਾ ਕੇ ਦੇਖਿਆ ਕਿਉਂਕਿ ਤੁਸੀਂ ਇਹਨੂੰ ਲਗਾਤਾਰ ਰਿਪੋਰਟ ਵੀ ਕਰਦੇ ਰਹੇ ਔਰ ਤੁਹਾਡੀ ਇਹਦੇ ਚ ਕਾਫੀ ਲਗਾਓ ਵੀ ਰਿਹਾ, ਤੁਸੀਂ ਇਹਨੂੰ ਦੇਖਿਆ ਵੀ ਸਮਝਿਆ ਵੀ। ਬਿਲਕੁਲ, ਸੁਪਰੀਮ ਕੋਰਟ ਨੇ ਰਿਜ਼ਰਵ ਰੱਖਿਆ ਹੋਇਆ ਸੀ ਆਪਣਾ ਮੁਕੱਦਮਾ। 3 ਅਕਤੂਬਰ 2021 ਦਾ ਇਹ ਮਾਮਲਾ ਹੈ, ਜਦੋਂ ਆਸ਼ੀਸ਼ ਮਿਸ਼ਰਾ ਔਰ ਬਾਕੀ ਦੇ ਉਹਦੇ ਸਾਥੀਆਂ ਨੇ ਪਿੱਛੋਂ ਜਾ ਕੇ ਕਿਸਾਨ ਦਰੜ ਤੇ ਦਰੜ ਨੇ ਵਾਪਸ ਜਾਂਦੇ ਹੋਏ, ਔਰ ਇਹ ਬਹੁਤ ਜ਼ਿਆਦਾ ਘਿਨਾਉਣਾ ਇੱਕ ਹਾਦਸਾ ਜਾਂ ਘਿਨਾਉਣੀ ਘਟਨਾ ਸਭ ਦੇ ਸਾਹਮਣੇ ਦਿਖਾਈ ਦੇ ਰਹੀ ਸੀ। ਔਰ ਉਸ ਤੋਂ ਬਾਅਦ ਲਗਾਤਾਰ ਇਹ ਚੱਲਿਆ। ਮੈਨੂੰ ਲੱਗਦਾ ਜੇ ਸੁਪਰੀਮ ਕੋਰਟ ਦਖਲ ਨਾ ਦਿੰਦੀ ਸ਼ਾਇਦ ਇੱਥੇ ਤੱਕ ਵੀ ਨਾ ਪਹੁੰਚਦਾ, ਔਰ ਇੰਨਾ ਚਿਰ ਇਹ ਤੋਂ ਪਹਿਲਾਂ ਇੱਕ ਵਾਰ ਜ਼ਮਾਨਤ ਮਿਲ ਗਈ ਸੀ, ਫਿਰ ਸੁਪਰੀਮ ਕੋਰਟ ਦੇ ਦਖਲ ਦੇ ਨਾਲ ਉਹ ਜ਼ਮਾਨਤ ਟਲੀ ਸੀ ਉਸ ਬਾਰੇ ਉਸ ਵੇਲੇ। ਔਰ ਨਾਲ ਦੀ ਨਾਲ ਇੱਕ ਕ੍ਰਾਸ ਕੇਸ ਹੋਇਆ ਜੇ ਕਰਤਾ। ਤੁਸੀਂ ਦੇਖੋ, ਨਾਰਮਲੀ ਇਹ ਹੈ ਕਿ ਤੁਸੀਂ ਦਰੜੇ ਜਾ ਰਹੇ ਹੋ, ਸਡਨ ਪ੍ਰੋਵੋਕੇਸ਼ਨ ਹੈ, ਸਡਨ ਪ੍ਰੋਵੋਕੇਸ਼ਨ 'ਚ ਤਾਂ ਕਈ ਵਾਰ ਗੁਨਾਹ ਮਾਫ ਹੁੰਦੇ ਨੇ ਉਸ ਬੰਦਰ ਦੇ। ਬਿਲਕੁਲ ਸੇਮ ਲਿੰਚਿੰਗ ਦਾ ਕੇਸ ਬਰਾਬਰ ਤਾਂ ਕਿਸਾਨਾਂ ਤੇ ਪਾਤਾ, 4 ਬੰਦੇ ਅੰਦਰ ਉਸੇ ਮਾਮਲੇ ਦੇ ਵਿੱਚ, ਔਰ ਹੇਠੋਂ ਜ਼ਮਾਨਤ ਨਹੀਂ ਹੋਈ। ਇਸੇ ਕਰਕੇ ਸੁਪਰੀਮ ਕੋਰਟ ਨੇ ਵੀ ਉਹ 4 ਬੰਦੇ ਆਪਣੇ ਆਪ ਸੂ ਮੋਟੋ ਨਾਲ ਲੈ ਲਿਆ, ਸਾਂਝਾ ਕੇਸ ਸੁਣਿਆ। ਇਸ ਦੀ ਜ਼ਮਾਨਤ ਦਾ ਵੀ ਉਹਨਾਂ ਦੇ ਵੱਲੋਂ ਨਹੀਂ ਕੋਈ ਜ਼ਮਾਨਤੀ ਮਤਲਬ ਉਸ ਲੈਵਲ ਦੀ ਪਟੀਸ਼ਨ ਗਈ ਸੀ, ਪਰ ਉਹਨੂੰ ਨਾਲ ਲੈ ਲਿਆ। ਇਹਦੇ ਵਿੱਚ ਉਹਨਾਂ ਨੇ 3-4 ਸ਼ਰਤਾਂ ਲਾਈਆਂ ਨੇ। ਪਹਿਲੀ ਸ਼ਰਤ ਤਾਂ ਇਹ ਲਾਈ ਹੈ ਕਿ 1 ਹਫ਼ਤੇ ਦੇ ਅੰਦਰ ਅੰਦਰ ਇਹ ਲਖਨਊ ਛੱਡ ਦੇਗਾ, ਯੂਪੀ ਜਾਂ ਦਿੱਲੀ ਦੇ ਵਿੱਚ ਨਹੀਂ ਰਹੇਗਾ ਇਸ ਪੂਰੇ ਟੈਨਿਓਰ ਦੇ ਦੌਰਾਨ, 8 ਹਫ਼ਤਿਆਂ ਦੇ ਦੌਰਾਨ। ਦੂਜੀ ਗੱਲ ਉਹਦੇ ਤੇ ਸ਼ਰਤ ਇਹ ਰਾਈ ਹੈ ਕਿ ਇਹ ਜਾਂ ਇਹਦਾ ਬਾਪ ਜਾਂ ਜਿਹੜੇ ਵੀ ਮਰਜ਼ੀ ਨੇ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰਨਗੇ। ਜੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਈ ਸੰਕੇਤ ਮਿਲਿਆ ਤਾਂ ਟ੍ਰਾਇਲ ਕੋਰਟ ਦੇ ਰਾਹੀਂ ਜੋ ਵੀ ਕਿਹਾ ਜਾਏਗਾ ਜ਼ਮਾਨਤ ਤੁਰੰਤ ਪ੍ਰਭਾਵ ਨਾਲ ਰੱਦ ਹੋ ਜਾਏਗੀ। ਮਤਲਬ ਉਸ ਦੀ ਉਦੋਂ ਪਹਿਲਾਂ ਵੀ ਇਹ ਚੀਜ਼ਾਂ ਉਸ ਲੈਵਲ ਤੇ ਉੱਤੇ ਹੋ ਜਾਣਗੀਆਂ, ਰੱਦ ਹੋ ਜਾਣਗੀਆਂ। ਔਰ ਇਸੇ ਤਰੀਕੇ ਦੇ ਨਾਲ ਉਹਨੇ ਇਹ ਕੀਤਾ ਕਿ ਕਿਉਂਕਿ ਉਹ 4 ਬੰਦੇ ਵੀ 4 ਕਿਸਾਨ ਵੀ ਅੰਦਰ ਨੇ ਔਰ ਉਹਨਾਂ ਤੇ ਇਹ ਕੇਸ ਆ, ਉਹਨਾਂ ਦੀ ਚਾਹੇ ਨਹੀਂ ਆਈ ਪਰ ਅਸੀਂ ਆਪ ਉਹ ਲੈ ਕੇ ਉਹਨਾਂ 4ਾਂ ਦੀ ਵੀ ਜ਼ਮਾਨਤ ਸੁਪਰੀਮ ਕੋਰਟ ਨੇ, ਉਹਨਾਂ ਤੇ ਇਹੋ ਜਿਹੀ ਕੋਈ ਸ਼ਰਤ ਨਹੀਂ ਹੈ ਜਿਹੜੀ ਸ਼ਰਤਾਂ ਇਹਨਾਂ ਤੇ ਇਹਦੇ ਤੇ ਲੱਗੀਆਂ ਨੇ, ਕਿਉਂਕਿ ਦਿਖਾਈ ਦੇ ਰਿਹਾ ਦੋਨਾਂ 'ਚ ਵਖਰੇਵਾਂ ਜਿਹੜਾ ਉਸ ਮਾਮਲੇ ਦੇ ਵਿੱਚ ਸੀ। ਔਰ ਫਿਰ ਇਹ ਆ ਜਾਂਦਾ ਕਿ ਇਦੋਂ ਵੀ ਵੱਡਾ ਜਿਹੜਾ ਸਵਾਲ ਹੈ ਉਹ ਕਿਤੇ ਵੀ ਬੈਠੇ ਰਹਿਣ, ਦਿੱਲੀ ਬੈਠੇ ਰਹਿਣ, ਲਖਨਊ ਬੈਠੇ ਰਹਿਣ ਜਾਂ ਨਾਲ, ਉਹ ਕਹਿੰਦੇ ਕੋਰਟ ਦੇ ਨਾਲ ਤੁਸੀਂ ਹਮੇਸ਼ਾ ਆਪਣੀ ਲੋਕੇਸ਼ਨ ਸਾਂਝੀ ਰੱਖੋਗੇ, ਤੁਸੀਂ ਕਿੱਥੇ ਹੋ ਕਿੱਥੇ ਨਹੀਂ ਹੈ, ਡੇਲੀ ਟ੍ਰਾਇਲ ਕੋਰਟ ਦੇ ਨਾਲ। ਔਰ ਜੇ ਸਾਰੀਆਂ ਗੱਲਾਂ ਦੇ ਵਿੱਚ ਕੋਈ ਗੱਲ ਹੋਈ, 14 ਮਾਰਚ ਅਗਲੀ ਡੇਟ ਪਾਈ ਗਈ ਹੈ ਕਿ 14 ਮਾਰਚ ਨੂੰ ਟ੍ਰਾਇਲ ਕੋਰਟ ਰਿਪੋਰਟ ਕਰੇਗੀ ਸੁਪਰੀਮ ਕੋਰਟ ਨੂੰ, ਔਰ ਉਸ ਕੋਰਟ ਦੀ ਜਿਹੜੀ ਰਿਪੋਰਟ ਹੋਏਗੀ ਉਹਦੇ ਆਧਾਰ ਤੇ ਫਿਰ ਅਗਲੀ ਜ਼ਮਾਨਤ ਹੋਣੀ ਹੈ, ਵਧਾਉਣੀ ਹੈ ਨਹੀਂ ਵਧਾਉਣੀ ਹੈ, ਫਿਰ ਸੁਪਰੀਮ ਕੋਰਟ ਡਿਸਾਈਡ ਕਰੇਗਾ ਉਸ ਤੋਂ ਬਾਅਦ। ਇਹ ਜਿਹੜਾ ਅੱਜ ਦਾ ਫੈਸਲੇ ਦਾ ਲਵੋ ਲਭਾਵ ਉਸ ਲੈਵਲ ਦੇ ਉੱਤੇ ਹੈ। ਪਰ ਸਵਾਲ ਅਜੇ ਵੀ ਉੱਥੇ ਕਈ ਵੱਡੇ ਖੜੇ ਨੇ। ਸਵਾਲ ਇਹ ਖੜੇ ਨੇ ਅਸਲ ਦੇ ਵਿੱਚ, ਕੱਲ ਨੂੰ ਕਿਸਾਨ ਵੀ ਲਖੀਮਪੁਰ ਖੀਰੀ ਸਮੇਤ ਬਾਕੀ ਦੇ ਮੁੱਦਿਆਂ ਦੇ ਉੱਤੇ 26 ਜਨਵਰੀ ਨੂੰ ਜੀਂਦ ਦੇ ਵਿੱਚ ਇੱਕ ਮਹਾ ਪੰਚਾਇਤ ਕਰ ਰਹੇ ਨੇ ਵੱਡੇ ਪੱਧਰ ਦੇ ਉੱਤੇ, ਔਰ ਸਾਰਾ ਖਰਚਾ ਇਹਨਾਂ ਨੂੰ ਆਪ ਕਰਨਾ ਪੈ ਰਿਹਾ। ਉਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਮੁਕੱਦਮਾ ਹਾਲਾਂਕਿ ਸਟੇਟ ਨੇ ਲੜਨਾ ਹੈ, ਔਰ ਸਟੇਟ ਦੀ ਪੁਲਿਸ ਜਾਂ ਸਟੇਟ ਦਾ ਅਜੇ ਵੀ ਨਜ਼ਰੀਏ ਤੇ ਇਤਰਾਜ਼ ਹੈ, ਵਿਰੋਧੀ ਕਿਸਾਨੀ ਨੂੰ ਵੀ ਤੇ ਬਾਕੀਆਂ ਨੂੰ ਵੀ, ਔਰ ਚੈੱਕ ਐਂਡ ਬੈਲੈਂਸ ਉਸ ਪੱਧਰ ਤੇ ਨਹੀਂ ਬਣ ਰਹੇ। ਸੁਪਰੀਮ ਕੋਰਟ ਕਰਕੇ ਥੋੜਾ ਜਿਹਾ ਇੱਕ ਚੀਜ਼ ਬਣੀ ਹੋਈ ਹੈ। ਇਸੇ ਕਰਕੇ ਇਹ ਗੱਲ ਜਿਹੜੀ ਇੱਕ ਅਗਲਾ ਸੁਣਵਾਈ ਦਾ ਕਿ ਉਹ ਜਿਹੜੇ ਆਸਿਸ ਮਿੱਤਰਾ ਦਾ ਜਿਹੜੇ ਫਾਦਰ ਹੈ ਅਜੇ ਵੀ ਉਹ ਮਿਨਿਸਟਰ ਆਫ ਸਟੇਟ ਫਾਰ ਹੋਮ ਅਫੇਅਰ, ਜੇ ਮਤਲਬ ਗ੍ਰਹਿ ਮੰਤਰਾਲੇ ਦੇ ਵਿੱਚ ਰਾਜ ਮੰਤਰੀ ਦੇ ਰੁਤਬੇ ਤੇ ਕਾਇਮ ਹੈ। ਔਰ ਜਿਹੜੇ ਬੰਦੇ ਉਹਨਾਂ ਰੁਤਬਿਆਂ ਤੇ ਕਾਇਮ ਹੋਣਗੇ ਤਾਂ ਉਹ ਪ੍ਰਭਾਵਿਤ ਨਹੀਂ ਜਾਂਚ ਨੂੰ ਕਰ ਸਕਣਗੇ। ਇਹ ਆਸ਼ੀਸ਼ ਮਿਸ਼ਰਾ ਨਹੀਂ ਜਾਊਗਾ ਲਖਨਊ ਤੇ ਦਿੱਲੀ, ਇਹਦੇ ਨਾਲ ਕੀ ਫਰਕ ਪੈ ਜਾਂਦਾ? ਬਾਪ ਤਾਂ ਬੈਠਾ ਹੈ ਨਾ ਐਲਮ ਆਫ ਦੀ ਅਫੇਅਰ। ਇਹਦੇ ਚ ਪੋਲੀਟੀਕਲ ਮੋਰੈਲਿਟੀ ਦਾ ਕੁਐਸਚਨ ਅਜੇ ਵੀ ਬਾਰ-ਬਾਰ ਦਰਸਾਉਂਦਾ ਰਹੂਗਾ ਭਾਰਤ ਦੇ ਅੰਦਰ, ਦੇਸ਼ ਦੇ ਅੰਦਰ ਕੀ ਕੋਈ ਸਿਆਸਤ ਦੇ ਵਿੱਚ اخلاق ਬਚਿਆ ਜਾਂ ਨਹੀਂ ਬਚਿਆ, ਕਿ ਉਸ ਤੁਸੀਂ ਇਨਸਾਫ, ਜਿਵੇਂ ਕਹਿੰਦੇ ਨੇ ਇਨਸਾਫ ਕੇਵਲ ਹੋਣਾ ਨਹੀਂ ਚਾਹੀਦਾ, ਲੋਕਾਂ ਨੂੰ ਵੀ ਲੱਗਣਾ ਚਾਹੀਦਾ ਕਿ ਇਨਸਾਫ ਹੋਇਆ। ਔਰ ਜਦੋਂ ਇਨਸਾਫ ਹੁੰਦਾ ਦਿਖਾਈ ਦਿੰਦਾ
ਤਾਂ ਇਹ ਸਾਰੀਆਂ ਗੱਲਾਂ ਇਸ ਕਰਕੇ ਹੁੰਦੀਆਂ ਨੇ ਨਾਲ ਦੀਆਂ ਜਿਹੜੀਆਂ ਤੇ ਅਮਲ ਕਰਨਾ ਜ਼ਰੂਰੀ ਹੁੰਦਾ ਕਿ ਲੋਕਾਂ ਨੂੰ ਇਹ ਸੈਟੀਸਫਾਈ ਕਰਾਉਣਾ ਕਿ ਹਾਂ ਇਨਸਾਫ ਕੀਤਾ ਜਾ ਰਿਹਾ ਔਰ ਹੋ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਉਧਰ ਸਰਕਾਰ ਨਹੀਂ ਤੁਰ ਰਹੀ ਕਿਸੇ ਵੀ ਮਾਮਲੇ 'ਚ। ਜੱਜ ਸਾਹਿਬਾਨ ਨੇ ਪਹਿਲਾਂ ਹੀ ਇਹ ਕਹਿਤਾ ਕਿ ਪੋਲੀਟੀਕਲ ਮੋਰੈਲਿਟੀ ਦਾ ਕੁਐਸਚਨ ਹੈ, ਟੈਕਨੀਕਲ ਕੁਐਸਚਨ ਨਹੀਂ ਹੈ। ਜੇ ਸ਼ਾਇਦ ਜੁਡੀਸ਼ਰੀ ਦੇ ਵਿੱਚ ਹੁੰਦਾ ਤਾਂ ਹੋਰ ਟਾਈਪ ਦਾ ਕੋਈ ਮਾਮਲਾ ਹੋਰ ਤਰੀਕੇ ਨਾਲ ਸਿੱਝਿਆ ਜਾਂਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ ਜੀ।